ਜੱਜ ਦਾ ਵਿਚਾਰ। सत श्री अकाल जी, तुसीं प्राइम मिनिस्टर टैलीविजन देख रहे हो। दोस्तों, मैं स्वर्ण सिंह टहना तो हर रोज़ की तरह ही प्रोग्राम जज का विचार लैके हाजिर हाँ। हर रोज़ की तरह गर्मी है, पर रात के वेले थोड़ी जी बदलवाई भी हुई है तो तापमान के कुछ कुछ हद तक गिरावट भी आई है। 2 तो लैके 3 डिग्री तक तापमान लुढ़क गया तो मौसम विभाग ये गल कहता, पता नहीं गल सच्ची होनी है कि झूठी, रब जाने। कुदरत का था किसी ने नहीं पाया, बंदा तो अंदाजे लाने जोगा ही है। खैर, मौसम विभाग ये गल कहता भी आउंदे कुछ दिनों तक लू नहीं वगनी तो पंजाब दे विच कई थावां दे उत्ते कणियां पैण दी आस है। ये आस हुण किन्नी कि सही साबित हुंदी है, ये आस नूं किन्ना कबूर लगदा है, ये आउण वाला वक्त दसूगा। पर गर्मी ने ना बस वट कड्डे पए आ। पिछले 1 हफ्ते दे वल पंछी झात मार के देखो, हर रोज़ मुड़को मुड़की, हर रोज़ आउण नेरियां जाण नेरियां, गर्मी ने त्राह कढ छड्डिया। उत्तों बिजली दे लम्मे लम्मे कट ते हुण तां लोक ये भी गल कहंदे आ, खास करके नवजोत सिंह सिद्धू ने गल आखी है। वो कहते भी एक मौका दे दो आपको, ना बिजली दिन को ना बिजली रात को। खैर, गल्लां आपां फिर बहुतियां करांगे, पहलां करदे हरमन जी दा स्वागत। सत श्री अकाल। सत श्री अकाल टाणा साहब, की हाल चाल? बहुत वधिया, चढ़दी कला। तुसीं ला लेना सी टाइम, कोई गल नहीं, मैं उडीक सकदी हां। नहीं उड़ीकण वाली किहड़ी गल आ? परिवार दे जी आ, जेड़ा बोल गया तुसीं बोल जांदे, मैनूं कोई इतराज़ नहीं। मैं वैसे कह रही हां कि कोई चक्कर नहीं, गल बड़ी इंपॉर्टेंट, बहुत जरूरी गल चल रही सी, महत्वपूर्ण। हाँ जी, बहुत जरूरी भी वही हुंदा है ते जरूरी गल चल रही सी, ओनू लगातारता दे विच रख सकते सी तुसीं। अच्छा जी, होर परिवार ठीक आ? हाँ जी, बिल्कुल ठीक है, चढ़दी कला च। हाँ, किरपा मालिक, घर सारे ठीक आ जी? बिल्कुल ठीक, बहुत चंगी गल आ। तुसीं दसो किवें चल रही है जिंदगी? बल्ले बल्ले जी। ते आपां चाय दे विचार दी सांझ पा लईए हुण। पहलां तुहाडी वारी ना, पहलां तुहाडी। देखो फिर सुणो गौर दे नाल। जिंदगी नूं जिउण दे सिर्फ 2 असूल होने चाहीदे आ। 2 पल दी जिंदगी आ ते जिंदगी नूं जिउण दे सिर्फ 2 ही असूल होने चाहिए आ। किहड़े किहड़े? जेकर महको तां फुल्लां दे वांग। वाह। मतलब जेकर जिउणे आ, विचरने आ तां फुल्लां दे वांग, ते जेकर खिंडदे आ, जेकर खिलरदे आ तां महकां दे वांग। वाह वाह। ਜਦੋਂ ਤੁਸੀਂ ਖਿੰਡਦੇ ਆ, ਜਦੋਂ ਤੁਸੀਂ ਖਿਲਰਦੇ ਆ, ਫਿਰ ਮਹਿਕ ਬਣ ਕੇ ਖਿੰਡ ਜੋ ਯਾਰ। ਹਾਂ, ਫੈਲ ਜਾਓ ਪੂਰੀ ਹਵਾ ਦੇ ਵਿੱਚ। ਬਿਲਕੁਲ, ਇਹ ਸਾਰੀ ਕਾਇਨਾਤ ਆਪਣੀ ਆ। ਕੀ ਬਾਤ ਹੈ। ਇਹ ਸਾਰਾ ਆਲ ਦੁਆਲ ਆਪਣਾ ਜੀ। ਇੱਥੇ ਕਿਹੜੀ ਗੱਲੋਂ ਮੁਸ਼ਕਾਟਾਂ ਛੱਡਣੀਆਂ, ਆਪਾਂ ਮਹਿਕਾਂ ਛੱਡਾਂਗੇ। ਬਿਲਕੁਲ ਸਹੀ ਹੈ, ਤੇ ਮਹਿਕਾਂ ਹੀ ਖਿਲਾਰਦੇ ਰਹੋ। ਜਦੋਂ ਤੁਸੀਂ ਮਹਿਕਾਂ ਖਿਲਾਰੋਗੇ ਤਾਂ ਤੁਹਾਡੇ ਹਿੱਸੇ ਵੀ ਮਹਿਕਾਂ ਹੀ ਆਉਣਗੇ। ਬਿਲਕੁਲ। ਇੱਕ ਚੱਜ ਦਾ ਵਿਚਾਰ ਹੋਰ ਆਇਆ ਵੀ ਜਿਹੜਾ ਦੀਵਾ ਹੁੰਦਾ ਨਾ, ਉਹਨੂੰ ਤੁਸੀਂ ਫੂਕ ਮਾਰ ਕੇ ਬੁਝਾ ਸਕਦੇ ਆ, ਪਰ ਅਗਰਬੱਤੀ ਨੂੰ ਨਹੀਂ ਜੀ। ਕਿਉਂਕਿ ਜਿਹੜਾ ਮਹਿਕਾਂ ਵੰਡਦਾ ਨਾ, ਉਹਨੂੰ ਬੁਝਾਉਣਾ ਔਖਾ ਹੁੰਦਾ, ਤੇ ਜਿਹੜਾ ਅੜਦਾ ਜੇ ਹੈ ਨਾ, ਉਹਨੂੰ ਕਈ ਵਾਰ ਤੁਸੀਂ ਫੂਕ ਮਾਰ ਕੇ ਬੁਝਾ ਦਿੰਦੇ ਆ। ਇਸ ਕਰਕੇ ਅਗਰਬੱਤੀ ਵਾਂਗੂ ਮਹਿਕਾਂ ਛੱਡਣੀਆਂ ਚਾਹੀਦੀਆਂ। ਕੀ ਬਾਤ ਹੈ, ਅੱਜ ਤਾਂ ਬੜਾ ਮਹਿਕਦਾਰ ਜਿਹਾ ਚਾਹੀਦਾ ਵਿਚਾਰ ਤੁਸੀਂ। ਬਸ ਐਂ ਹੀ ਆ ਫਿਰ, ਹਰ ਪਾਸੇ ਬੈਂਕ। ਮੌਸਮ ਥੋੜਾ ਜਿਹਾ ਠੀਕ ਸੀਗਾ ਤੇ 10 ਵੀ ਜਗਮਗ ਜਗਮਗ ਕਰਦਾ, ਫਿਰ 10 ਵੀ ਫੁੱਲ ਦੀ ਤਰ੍ਹਾਂ ਖਿੜ ਗਿਆ। ਫਿਰ ਇਹ ਫੁੱਲ ਮੁਰਝਾਇਆ ਨਹੀਂ ਸੀ ਹੋਇਆ ਜੀ, ਕਿਉਂਕਿ ਮੌਸਮ ਠੀਕ ਹੈ ਕੱਲ ਨਾਲੋਂ, ਹੈ ਨਾ। ਹਵਾ ਵਗ ਰਹੀ ਹੈ ਤੇ ਹੁਣ ਇਹ ਉਮੀਦ ਹੈ ਕਿ ਸ਼ਾਇਦ ਆਉਂਦੇ 2 ਦਿਨ ਜਿਹੜਾ ਉਹ ਮੌਸਮ ਹੋਰ ਇਦਾਂ ਦਾ ਹੀ ਰਹੂਗਾ। ਤੇ ਬਾਕੀ ਹੁਣ ਮੇਰੇ ਵਾਲਾ ਚਾਹੀਦਾ ਵਿਚਾਰ ਕਹਿੰਦੇ, ਕਦੇ ਵੀ ਆਪਣੇ ਬੱਚਿਆਂ ਨੂੰ ਇਹ ਨਾ ਸਿਖਾਓ ਕਿ ਅਮੀਰ ਕਿਵੇਂ ਬਣਨਾ ਹੈ। ਬੱਚਿਆਂ ਨੂੰ ਕਦੇ ਵੀ ਇਹ ਨਾ ਸਿਖਾਓ ਕਿ ਅਮੀਰ ਕਿਵੇਂ ਬਣਨਾ ਜਾਂ ਅਮੀਰੀ ਦੀ ਮਹੱਤਤਾ ਕੀ ਹੈ, ਬਲਕਿ ਬੱਚਿਆਂ ਨੂੰ ਹਮੇਸ਼ਾ ਇਹ ਸਿਖਾਓ ਕਿ ਖੁਸ਼ ਕਿਵੇਂ ਰਹਿਣਾ ਤੇ ਖੁਸ਼ੀ ਦੀ ਮਹੱਤਤਾ ਕੀ ਹੈ, ਤਾਂ ਜੋ ਜਦੋਂ ਉਹ ਵੱਡੇ ਹੋਣ ਤੇ ਉਹਨਾਂ ਦੇ ਹਿੱਸੇ ਕਦਰਾਂ ਕੀਮਤਾਂ ਆਉਣ, ਪੈਸਾ ਤੇ ਸਿਰਫ ਉਹਦੀ ਕੀਮਤ ਨਹੀਂ। ਬਹੁਤ ਖੂਬ, ਬਹੁਤ ਹੀ ਕਮਾਲ ਦੀ ਗੱਲ। ਸ਼ੁਕਰੀਆ। ਇਹ ਗੱਲ ਹਰ ਕਿਸੇ ਨੂੰ ਆਪਣੇ ਚੇਤੇ ਦੇ ਵਿੱਚ ਵਸਾ ਕੇ ਰੱਖਣੀ ਚਾਹੀਦੀ ਆ ਜੀ। ਇਹ ਗੱਲ ਹਰ ਕਿਸੇ ਨੂੰ ਆਪਦੇ ਪੱਲੇ ਨਾਲ ਬੰਨ ਕੇ ਰੱਖਣੀ ਚਾਹੀਦੀ ਆ। ਜਿਵੇਂ ਪੁਰਾਣੀਆਂ ਮਾਤਾਵਾਂ ਇਹ ਗੱਲ ਕਹਿੰਦੀਆਂ ਵੀ ਭਾਈ ਚੁੰਨੀ ਦੇ ਪੱਲੇ ਦੇ ਨਾਲ ਬੰਨ ਕੇ ਰੱਖਣੀ ਚਾਹੀਦੀ ਗੱਲ, ਉਵੇਂ ਆਪਣੇ ਪੱਲੇ ਨਾਲ ਬੰਨ ਕੇ ਰੱਖਣੀ ਚਾਹੀਦੀ ਗੱਲ। ਅਮੀਰੀ ਆ ਜਿਹੜੀ, ਇਹ ਤਾਂ ਆਉਣ ਜਾਣ ਵਾਲੀ ਚੀਜ਼ ਆ, ਪੈਸਾ ਹੱਥਾਂ ਨਹੀਂ ਬਹਿਲਾ। ਸਿਆਣੇ ਇਹ ਗੱਲ ਕਹਿੰਦੇ ਆ, ਪਰ ਜਿਹੜੀ ਅਸਲ ਅਮੀਰੀ ਆ ਉਹਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਜੀ। ਵੈਸੇ ਵੀ ਜਦੋਂ ਤੁਸੀਂ ਆਪਣੇ ਤੋਂ ਛੋਟਿਆਂ ਨੂੰ, ਆਪਣੇ ਬੱਚਿਆਂ ਨੂੰ ਸਿਰਫ ਪੈਸਾ ਅਮੀਰੀ ਹੀ ਸਿਖਾਓਗੇ ਨਾ, ਤਾਂ ਵੱਡਾ ਹੋ ਕੇ ਉਹ ਹਰ ਚੀਜ਼ ਨੂੰ ਸਿਰਫ ਤੇ ਸਿਰਫ ਪੈਸੇ ਨਾਲ ਜੋੜ ਕੇ ਵੇਖਣ ਲੱਗ ਜਾਊਗਾ। ਆਪਣੇ ਮੁਨਾਫਿਆਂ ਦੇ ਬਾਰੇ ਸੋਚਣ ਲੱਗ ਜਾਊਗਾ, ਕਿੰਨਾ ਨੁਕਸਾਨ ਹੈ, ਕਿੰਨਾ ਫਾਇਦਾ ਹੈ, ਇਹਨਾਂ ਗੱਲਾਂ ਦੇ ਵਿੱਚ ਉਲਝ ਕੇ ਰਹਿ ਜਾਊਗਾ। ਫਿਰ ਉਹ ਸ਼ਾਇਦ ਜਿਹੜੀਆਂ ਮਨੁੱਖੀ ਕਦਰਾਂ ਕੀਮਤਾਂ ਨੇ, ਜੋ ਸਾਡੇ ਸੰਸਕਾਰ ਹੋਣੇ ਚਾਹੀਦੇ ਨੇ, ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਉਹ ਪਿੱਛੇ ਰਹਿ ਜਾਊਗਾ। ਬਿਲਕੁਲ। ਜਿਹੜੇ ਬੰਦੇ 24 ਘੰਟੇ ਪੈਸਾ 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 ਕਰੀ ਜਾਂਦੇ ਆ ਨਾ, ਉਹਨਾਂ ਦੇ ਮੂੰਹ ਹੀ ਇਦਾਂ ਦੇ ਬਣ ਜਾਂਦੇ, ATM ਵਰਗੇ ਜਿੰਦ ਤੜਿੰਗੇ ਜਿਹੇ ਹੋ ਜਾਂਦੇ ਆ। ਵੀ ਪੈਸਾ ਕਮਾਉਣਾ ਮਨੁੱਖੀ ਜ਼ਿੰਦਗੀ ਦੇ ਲਈ ਬੜਾ ਜ਼ਰੂਰੀ ਆ। ਪੈਸੇ ਨਾਲ ਹੀ ਮਨੁੱਖੀ ਜ਼ਿੰਦਗੀ ਜਿਹੜੀ ਆ ਉਹ ਠੀਕ ਅੱਗੇ ਤੋਂ ਅੱਗੇ ਵੱਧਦੀ ਆ, ਪਰ ਸਭ ਕੁਝ ਤਾਂ ਪੈਸਾ ਨਹੀਂ ਨਾ। ਤੁਸੀਂ ਜੇ ਹਰ ਥਾਂ ਤੇ ਕੁੰਡੀ ਲਾਵਾਂਗੇ, ਕਈ ਲੋਕਾਂ ਨੂੰ ਆਦਤ ਹੁੰਦੀ ਆ ਹਰ ਗੱਲ ਦੇ ਵਿੱਚ ਕੁੰਡੀ ਲਾਉਣੀ ਆ। ਸਾਰਾ ਕੁਝ ਹੁੰਦਿਆਂ ਸੁਣਦਿਆਂ ਵੀ ਕੁੰਡੀ ਲਾਉਂਦੇ ਨੇ। ਤੁਸੀਂ ਕਿਸੇ ਨੂੰ ਇਹ ਗੱਲ ਕਹੋ ਕਿ ਮੇਰਾ ਆਹ ਕੰਮ ਕਰ ਦੇਗਾ, ਉਹ ਉੱਤਰ ਦੇਣ ਤੋਂ ਪਹਿਲਾਂ ਸੋਚੂਗਾ ਵੀ ਮੈਨੂੰ ਕੀ ਬਚੂਗਾ। ਸੋ ਜਿਹੜੇ ਲੋਕਾਂ ਨੇ ਲੱਸੀ ਪਾਣੀ ਕਿੰਨਾ ਮਿਲੇਗਾ, ਬਈ ਲੱਸੀ ਪਾਣੀ ਦਾ ਵੀ ਖਿਆਲ ਕਰੋ ਨਾ।
ਉਹ ਫਿਰ ਲੱਸੀ ਪਾਣੀ ਜੋਗੇ ਰਹਿ ਜਾਂਦੇ ਆ ਜੀ। ਪੈਸਾ ਕਾਂ ਬਨੇਰੇ ਦਾ, ਹਾਂ, ਕਦੇ ਇਸ ਬਨੇਰੇ ਤੇ ਕਦੇ ਉਸ ਬਨੇਰੇ। ਮੈਨੂੰ ਤਾਂ ਮਾਨਕੀ ਦਾ ਗੀਤ ਚੇਤੇ ਆ ਗਿਆ, ਕਿਉਂ ਪੈਸਾ ਪੈਸਾ ਕਰਤੀ ਹੈ, ਕਿਉਂ ਪੈਸੇ पे तो मरती है, मेरी सारी दौलत ले लेनी पर जान बचा ले मेरी, मैं बारिश कर दूं पैसे की जे तू हो जा मेरी। ਕੀ ਗੱਲ ਬਣ ਗਈ ਸੀ? ਵੈਸੇ ਇਹ ਅਕਸ਼ੇ ਕੁਮਾਰ ਦੀ ਫਿਲਮ 'ਚ ਵੀ ਗਾਣਾ ਆਇਆ ਸੀ। ਰਾਣਾ ਸਾਹਿਬ ਅੱਜ ਫੁੱਲ ਇੰਨਾ ਵੀ ਨਹੀਂ ਖਿੜਿਆ ਜਿੰਨਾ ਆਪ ਜੀ ਨੇ ਬੈਠੇ ਬੈਠੇ ਖੜਾਤਾ ਹੈ। ਜੱਜ ਦਾ ਵਿਚਾਰ। ਦੇਖੋ ਬਈ, ਗੱਲ ਇਹ ਆ ਕਿ ਛੁੱਟੀ 5ਵੀਂ ਕਲਾਸ ਦੇ ਵਿੱਚ ਸੀ ਜਦੋਂ ਛੁੱਟੀ ਹੁੰਦੀ ਸੀ ਮੈਨੂੰ। ਆਹ ਕੀ ਗੱਲ ਹੋਈ? 8ਵੀਂ 'ਚ ਮੈਨੂੰ ਫਿਰ ਛੁੱਟੀ ਹੁੰਦੀ ਸੀ। ਹਾਂ, ਹਰ ਕਲਾਸ ਦੇ ਵਿੱਚ ਮੈਂ ਛੁੱਟੀ ਲੈ ਕੇ ਜਾਂਦਾ ਸੀ ਤੇ ਹਰ ਰੋਜ਼ ਛੁੱਟੀ ਹੁੰਦੀ ਸੀ। ਹਰ ਰੋਜ਼ ਛੁੱਟੀ ਹੁੰਦੀ ਸੀ ਸਕੂਲ ਦੇ ਵਿੱਚੋਂ, ਤੇ ਕਈ ਵਾਰੀ ਬਾਈ ਮੈਂ ਖੁਦ ਛੁੱਟੀ ਕਰ ਲੈਂਦਾ ਸੀ। ਕਦੇ ਅੱਧੀ ਛੁੱਟੀ ਹੁੰਦੀ ਸੀ ਤੇ ਕਦੇ ਪੂਰੀ ਛੁੱਟੀ ਹੋ ਜਾਂਦੀ ਸੀ। ਬਾਈ ਜਦੋਂ ਕਦੇ ਐਤਵਾਰ ਦੀ ਛੁੱਟੀ ਹੋਣੀ ਮੈਨੂੰ ਚਾਹ ਚੜ ਜਾਣਾ, ਤੇ ਇਸੇ ਚਾਹ ਦੇ ਕਰਕੇ ਠੋਕੋ। ਰਾਣਾ ਸਾਹਿਬ ਕੀ ਗੱਲ ਬਣ ਗਈ? ਉਹ ਮੈਨੂੰ ਤਾਂ ਚੇਤੇ ਆਇਆ ਕਿ ਸਿੱਧੂ ਸਾਹਿਬ ਦੀ ਛੁੱਟੀ ਹੋ ਸਕਦੀ ਹੈ। ਹਾਂਜੀ ਹਾਂਜੀ। ਕਿੱਥੋਂ? ਕਾਂਗਰਸ ਚੋਂ, ਹੋਰ ਕਿੱਥੋਂ ਹੋਣੀ ਹੈ? ਹਾਂ, ਪਰ ਵੈਸੇ ਪਹਿਲਾਂ ਵੀ ਤਾਂ ਉਹ ਆਪ ਹੀ ਛੁੱਟੀ ਕਰੀ ਫਿਰਦੇ ਸੀ। ਹਾਂ ਬਿਲਕੁਲ ਜੀ, ਇਹ ਜਾਣਕਾਰੀ ਮਿਲੀ ਆ। ਕਹਿੰਦੇ ਵੀ ਰਾਜਾ ਵੜਿੰਗ ਹੋਰਾਂ ਨੇ ਚਿੱਠੀ ਲਿਖੀ ਹਰੀਸ਼ ਚੌਧਰੀ ਹੋਰਾਂ ਨੂੰ ਵੀ ਸਿੱਧੂ ਸਾਹਿਬ ਦੇ ਉੱਤੇ ਅਨੁਸ਼ਾਸਨਿਕ ਕਾਰਵਾਈ ਹੋਵੇ। ਹਰੀਸ਼ ਚੌਧਰੀ ਹੋਰਾਂ ਨੇ ਚਿੱਠੀ ਲਿਖੀ ਆ ਸੋਨੀਆ ਗਾਂਧੀ ਨੂੰ, ਕਹਿੰਦੇ ਵੀ ਇਹਨਾਂ ਦੇ ਉੱਤੇ ਅਨੁਸ਼ਾਸਨਿਕ ਕਾਰਵਾਈ ਹੋਣੀ ਚਾਹੀਦੀ ਆ, ਤੇ ਕਹਿੰਦੇ ਆ ਵੀ ਹੁਣ ਹੋ ਸਕਦੀ ਆ। ਵੈਸੇ ਤਾਂ ਅੱਜ ਦੇ ਸਮੇਂ ਦੇ ਵਿੱਚ ਫੋਨ ਤੇ ਗੱਲਾਂ ਹੋ ਜਾਂਦੀਆਂ, ਈਮੇਲ ਕਰ ਦਿਓ, ਮੈਸੇਂਜਰ ਦੇ ਉੱਤੇ ਮੈਸੇਜ ਸੈਂਡ ਕਰ ਦਿਓ, ਪਰ ਇਦਾਂ ਦੀਆਂ ਗੱਲਾਂ ਹੁਣ ਅੰਗਰੇਜ਼ੀ ਆਈ ਨਾ, ਆ ਰਹੀ ਆਸਟ੍ਰੇਲੀਆ ਦਾ ਅਸਰ ਅਜੇ ਤੱਕ ਹੈ। ਯਾ ਬ్రో ਜੀ, ਉਹ ਇਹ ਆ ਵੀ ਇਸ ਵਕਤ ਨਾ ਚਿੱਠੀਆਂ ਚੁੱਠੀਆਂ ਜਿਹੜੀਆਂ ਉਹ ਰਾਜਨੀਤਿਕ ਲੋਕਾਂ ਦੀਆਂ ਚੱਲਦੀਆਂ, ਜਾਂ ਫਿਰ ਕੁਲਦੀਪ ਮਾਨਕ ਸਾਹਿਬ ਦੇ ਗੀਤ 'ਚ ਸੀ, ਚਿੱਠੀਆਂ ਸਾਹਿਬਾ ਜੱਟੀ ਨੇ ਲਿਖ ਮਿਰਜ਼ੇ ਵੱਲ ਪਾਈਆਂ, ਜਾਂ ਫਿਰ ਚਿੱਠੀਏ ਦੀ ਚਿੱਠੀਏ ਤੇ ਹੰਝੂਆਂ ਨਾਲ ਲਿਖੀਏ ਹਰਭਜਨ ਮਾਨ ਦੇ ਵੇਲੇ ਦੀ ਗੱਲ ਸੀ। ਪਰ ਇਸ ਵੇਲੇ ਜਿਹੜੀਆਂ ਰਾਜਨੀਤਿਕ ਲੋਕ ਚਿੱਠੀਆਂ ਲਿਖਦੇ ਆ ਨਾ, ਉਹਨਾਂ ਦੀਆਂ ਖਬਰਾਂ ਬਣਦੀਆਂ। ਜੀ ਬਿਲਕੁਲ। ਤੇ ਹੁਣ ਕਹਿੰਦੇ ਵੀ ਸਿੱਧੂ ਸਾਹਿਬ ਆ ਜਿਹੜੇ, ਉਹਨਾਂ ਨੂੰ ਜਦੋਂ ਪੱਤਰਕਾਰਾਂ ਨੇ ਪੁੱਛਿਆ ਵੀ ਤੁਹਾਡੇ ਖਿਲਾਫ ਅਨੁਸ਼ਾਸਨੀ ਕਾਰਵਾਈ ਦੀ ਗੱਲ ਚੱਲਦੀ ਆ, ਉਹ ਕਹਿੰਦੇ ਦੇਖੋ ਆਪਾਂ ਇਸ ਵਿਸ਼ੇ ਤੇ ਕੋਈ ਗੱਲ ਨਹੀਂ ਕਰਨੀ, ਮਸਲਾ ਅਸੂਲਾਂ ਦਾ, ਜਿੱਥੇ ਅਸੂਲ ਆ ਗਏ ਖਟਾਸ। अच्छा, क्या बात है। पर गल ये टाणा साहब, आजकल कांग्रेस अनुशासनी कार्रवाई करने वाल वधेरे ख्याल कर रही है। ਤੁਹਾਨੂੰ ਨਹੀਂ ਲੱਗਦਾ ਪਹਿਲਾਂ ਸੁਨੀਲ ਜਾਖੜ, ਉਸ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ, है ना, ਇਹ ਮਤਲਬ ਕਹਿ ਲੋ ਇੱਧਰ ਕਹਿੰਦੇ ਵੀ ਸਾਰਾ ਕੁਝ ਬਿਲਕੁਲ ਕੰਮ ਲੋਟ ਕਰ ਦੇਣਾ ਹੈ, ਬਿਲਕੁਲ ਹਰ ਕੋਈ ਜਿਹੜਾ ਆ ਪ੍ਰੋਪਰ ਪੂਰੀ ਤਰ੍ਹਾਂ ਦੇ ਨਾਲ ਡਿਸਪਲਿਨ ਦੇ ਵਿੱਚ ਰਹੂਗਾ, ਪੂਰੀ ਤਰ੍ਹਾਂ ਨਾਲ ਅਨੁਸ਼ਾਸਨ ਦੇ ਵਿੱਚ ਰਹੂਗਾ, ਉਹਦੇ ਵੱਲ ਵਧੇਰੇ ਖਿਆਲ ਕੀਤਾ ਜਾ ਰਿਹਾ ਹੈ। ਚੰਗੀ ਗੱਲ ਹੈ, ਮੈਂ ਨਹੀਂ ਕਹਿੰਦਾ ਵੀ ਫਲਾਨੀ ਪਾਰਟੀ ਚੰਗੀ ਹੈ ਤੇ ਫਲਾਨੀ ਪਾਰਟੀ ਗਲਤ ਹੈ, ਇਹ ਲੋਕਾਂ ਨੇ ਆਪੇ ਵਿਚਾਰ ਕਰਨਾ, ਮੇਰੇ ਕਹਿਣ ਦੇ ਨਾਲ ਕੁਝ ਨਹੀਂ ਬਣਦਾ। ਬਿਲਕੁਲ। ਪਰ ਜਿਹੜੀ ਵੀ ਪਾਰਟੀ ਹੋਵੇ, ਜਿਹੜਾ ਵੀ ਅਦਾਰਾ ਹੋਵੇ, ਉਹ ਸਹੀ ਹੈ ਜਾਂ ਗਲਤ ਆ, ਉਹਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਅਨੁਸ਼ਾਸਨ ਦੇ ਮੁਤਾਬਕ ਉਹਦੇ ਜੋ ਪ੍ਰੋਗਰਾਮ ਆ, ਉਹਦੀ ਜਿਹੜੀ ਧਾਰਨਾ, ਉਹਦੀ ਜਿਹੜੀ ਸੋਚ ਆ, ਜੋ ਉਹਦੀ ਰੂਪਰੇਖਾ, ਉਹਦੇ ਮੁਤਾਬਕ ਹੀ ਚੱਲਣਾ ਪੈਂਦਾ। ਸਿੱਧੂ ਸਾਹਿਬ ਦੀ ਸਮੱਸਿਆ ਇਹ ਹੈ ਵੀ ਜਦੋਂ ਚੋਣਾਂ ਤੋਂ ਪਹਿਲਾਂ ਉਹ ਬੋਲਦੇ ਸੀ, ਉਹ ਕਹਿੰਦੇ ਸੀ ਦੇਖੋ ਸਾਡੀ ਪਾਰਟੀ ਨੇ ਕੱਖ ਨਹੀਂ ਕੀਤਾ ਪਰ ਸਾਨੂੰ ਵੋਟਾਂ ਪਾਓ। ਉਹ ਇੱਕੋ ਇੱਕ ਨੇਤਾ ਹੋ ਨਿਬੜੇ ਜਿਹੜੀ ਇਹ ਗੱਲ ਕਹਿੰਦੇ ਸੀ ਵੀ ਕੈਪਟਨ ਨੇ ਕੁਝ ਨਹੀਂ ਕੀਤਾ। ਉਸ ਤੋਂ ਬਾਅਦ ਜਿਹੜੇ ਦੂਜੇ ਮੁੱਖ ਮੰਤਰੀ ਸਾਹਿਬ ਆਏ ਚੰਨੀ ਹੋਰੀ, ਉਹ ਵੀ ਇਕੱਲੇ ਐਲਾਨ ਹੀ ਕਰਦੇ ਪਰ ਤੁਸੀਂ ਸਾਨੂੰ ਵੋਟਾਂ ਪਾਓ, ਲੋਕਾਂ ਨੇ ਨਹੀਂ ਪਾਈਆਂ। ਜਦੋਂ ਉਹ ਹਾਰ ਗਏ, ਉਹਨਾਂ ਨੇ ਇੱਕ ਵੱਖਰੇ ਧੜੇ ਦੀ ਗੱਲ ਕਰਤੀ। ਹੁਣ ਉਹ ਨਾ ਤਾਂ ਰਾਜਾ ਵੜਿੰਗ ਸਾਹਿਬ ਨੂੰ ਕੁਝ ਸਮਝਦੇ ਆ ਤੇ ਨਾ ਹੀ ਕਾਂਗਰਸ ਪਾਰਟੀ ਦਾ ਵੱਡਾ ਹਿੱਸਾ ਸਿੱਧੂ ਸਾਹਿਬ ਨੂੰ ਕੁਝ ਸਮਝਦਾ। ਸੋ ਇਸ ਕਰਕੇ ਅਨੁਸ਼ਾਸਨ ਦੇ ਵਿੱਚ ਰਹਿਣਾ ਸਭ ਦੇ ਲਈ ਬੜਾ ਜ਼ਰੂਰੀ ਹੈ। ਤੁਸੀਂ ਜਿਹੜੇ ਵੀ ਅਦਾਰੇ 'ਚ ਕੰਮ ਕਰਦੇ ਆ, ਜਾਂ ਤਾਂ ਉਸ ਅਦਾਰੇ ਨੂੰ ਛੱਡ ਕੇ ਪਰੇ ਹੋ ਜਾਓ ਵੀ ਭਾਈ ਇੱਥੇ ਕੰਮ ਸਹੀ ਨਹੀਂ ਹੋ ਰਿਹਾ, ਮੈਂ ਤਾਂ ਕਿਤੇ ਹੋਰ ਜਾਣਾ, ਜਾਂ ਮੈਂ ਆਪਦਾ ਅਦਾਰਾ, ਆਪਣੀ ਪਾਰਟੀ ਆਪ ਸ਼ੁਰੂ ਕਰਨੀ ਆ। ਸਿੱਧੂ ਸਾਹਿਬ ਦੇ ਬਾਰੇ ਪਤਾ ਲੱਗਾ ਵੀ ਸ਼ਾਇਦ ਉਹ ਇੱਕ ਨਵੀਂ ਸਿਆਸੀ ਧਿਰ ਖੜੀ ਕਰਨ ਦੇ ਵੱਲ ਵੀ ਧਿਆਨ ਦੇ ਰਹੇ ਆ। ਉਧਰ ਜਿਹੜੇ ਪ੍ਰਸ਼ਾਂਤ ਕਿਸ਼ੋਰ ਆ, PK ਸਾਹਿਬ, ਉਹ ਇੱਕ ਆਪਦੀ ਪਾਰਟੀ ਬਣਾਉਣ ਲੱਗੇ ਆ, ਕਹਿੰਦੇ ਬਿਹਾਰ ਤੋਂ ਕਰਨੀ ਸ਼ੁਰੂਆਤ, ਤੇ ਸਿੱਧੂ ਸਾਹਿਬ ਉਹਨਾਂ ਦੇ ਬੜੇ ਹਮਖਿਆਲ ਆ। ਫੋਟੋਆਂ ਵੀ ਬੜੀਆਂ ਵਾਇਰਲ ਹੋਈਆਂ। ਬਿਲਕੁਲ, ਉਹ ਕਹਿੰਦੇ ਦੇਖੋ ਛੋਟੇ ਵੀਰ ਜੀ, ਇਹ ਬਹੁਤ ਚੰਗਾ ਫੈਸਲਾ, ਜਦੋਂ ਚੰਗਾ ਆਗਾਜ਼ ਹੋਵੇ ਤੇ ਅੰਤ ਚੰਗਾ ਹੁੰਦਾ ਨਹੀਂ, ਪਰ ਇਹ ਫੈਸਲਾ ਸਦਾ ਹੀ ਚੰਗਾ ਲੱਗਦਾ ਰਹੂਗਾ। ਨਹੀਂ, ਇਹ ਦੇਖੋ ਆਪਦੇ ਮਨ ਦੀ ਮੌਜ ਆ। ਸਿੱਧੂ ਸਾਹਿਬ ਸਭ ਨਾਲ ਬਣਾ ਕੇ ਰੱਖਣ ਤੇ ਸਾਰੇ ਸਿੱਧੂ ਸਾਹਿਬ ਨਾਲ ਬਣਾ ਕੇ ਰੱਖਣ, ਇਹਦੀ ਅਸੀਂ ਕਾਮਨਾ ਕਰਦੇ ਹਾਂ, ਤੇ ਪੰਜਾਬ ਦੇ ਚੰਗੇ ਦਿਲੀ ਯਤਨ ਹੁੰਦੇ ਰਹਿਣ, ਇਹਦੀ ਅਸੀਂ ਇੱਛਾ ਪਾਲਦੇ ਹਾਂ। ਨਾਲੇ ਗੱਲ ਇਹ ਹੈ ਕਿ ਪੰਜਾਬ ਮਾਡਲ, ਪੰਜਾਬ ਦੇ ਜੋ ਹਿੱਤਾਂ ਦੀ ਗੱਲ, ਪੰਜਾਬ ਦੀਆਂ ਸਮੱਸਿਆਵਾਂ ਦੀ ਗੱਲ, ਪੰਜਾਬ ਦੇ ਮੁੱਦਿਆਂ ਦੀ ਗੱਲ, ਇਹ ਹੁੰਦੀ ਰਹਿਣੀ ਚਾਹੀਦੀ ਹੈ, ਚਾਹੇ ਕੋਈ ਵੀ ਕਿਸੇ ਪਾਰਟੀ 'ਚ ਹੋਵੇ ਜਾਂ ਨਾ ਹੋਵੇ। ਇਹ ਹਰ ਇੱਕ ਨਾਗਰਿਕ ਨੂੰ, ਹਰ ਇੱਕ ਪੰਜਾਬੀ ਨੂੰ ਇਹ ਗੱਲ ਜ਼ਰੂਰ ਕਰਨੀ ਚਾਹੀਦੀ ਹੈ, ਚਾਹੇ ਫਿਰ ਉਹਦੇ ਹੱਥ 'ਚ ਸੱਤਾ ਹੈ ਜਾਂ ਨਹੀਂ ਹੈ। ਇਹ ਨਹੀਂ ਕਿ ਜਿੰਨੀ ਦੇਰ ਕੁਰਸੀ ਆ ਉਨੀ ਦੇਰ ਆਪਾਂ ਨੂੰ ਚੇਤੇ ਰਹਿਣ ਗੱਲਾਂ ਤੇ ਉਸ ਤੋਂ ਬਾਅਦ ਇਹ ਭੁੱਲ ਜਾਣ। ਬਿਲਕੁਲ ਸਹੀ ਗੱਲ ਆ। ਮੈਨੂੰ ਨਾ ਇੱਕ ਬਹੁਤ ਵੱਡਾ ਨੇਤਾ, ਉਹਦੇ ਨਾਲ ਪਰਸੋਂ ਚੌਥ ਗੱਲ ਕਰਨ ਦਾ ਮੌਕਾ ਮਿਲਿਆ ਜੀ। ਮੈਨੂੰ ਕਹਿੰਦਾ ਵੀ ਇਹਨੇ ਲੋਕ ਜਜ਼ਬਾਤੀ ਹੋ ਕੇ ਵੋਟਾਂ ਪਾ ਗਏ, ਐਤਕੀ ਤਾਂ ਸਾਡੀ ਪਾਰਟੀ ਤਾਂ ਹਾਰ ਗਈ, ਫਲਾਣਿਆਂ ਨੂੰ ਐਵੇਂ ਜਿਤਾਤਾ, ਆਮ ਆਦਮੀ ਪਾਰਟੀ ਦੇ ਪੱਲੇ ਕੁਛ ਨਹੀਂ ਗਾ, ਉਹ ਇਦਾਂ ਦੀਆਂ ਗੱਲਾਂ ਕਰੇ। ਮੈਂ ਉਹਨੂੰ ਦੋ ਟੋਕੇ ਗੱਲ ਕਹੀ, ਮੈਂ ਕਿਹਾ ਜਨਾਬ ਜ਼ਮੀਨੀ ਹਕੀਕਤ ਨੂੰ ਸਮਝੋ। ਜੇਕਰ ਹੰਡੇ ਵਰਤੇ ਪੁਰਾਣੇ 70 ਸਾਲ ਦੇ ਬੰਦੇ
ਪਰਖਣ ਦੇ ਬਾਵਜੂਦ ਖਰੇ ਨਹੀਂ ਉਤਰੇ, ਪਰਖ ਦੀ ਕਸਵੱਟੀ ਤੇ ਖਰੇ ਨਹੀਂ ਉਤਰੇ, ਤਾਂ ਲੋਕਾਂ ਨੇ 92 ਨਵੇਂ ਲਿਆ ਕੇ ਮੂਹਰੇ ਖੜੇ ਕਰਤੇ। ਇਹਨਾਂ ਦੇ ਵਿੱਚੋਂ ਕਿਸੇ ਨੂੰ ਪਰਖਿਆ ਨਹੀਂਗਾ ਵੀ ਇਹਨੇ ਕਮਾਲ ਕੀਤੀ ਹੋਵੇ। ਲੋਕਾਂ ਦੇ ਵੀ ਨਵੇਂ ਆ ਨਾ ਜਿਹੜੇ, ਇਹ ਨਾ ਵੀ ਕੁਝ ਕਰਨਗੇ ਅਸੀਂ ਕਵਾਂਗੇ ਯਾਰ ਨਵੇਂ ਆ, ਤੁਸੀਂ ਤਾਂ ਪੁਰਾਣੇ ਆ, 5-5 7-7 ਵਾਰ ਜਿੱਤੇ ਆ, ਤੁਸੀਂ ਕੱਖ ਨਹੀਂ ਕੀਤਾਗਾ। ਇਸ ਕਰਕੇ ਬੇਨਤੀ ਇਹ ਆ ਵੀ ਨਵੀਆਂ ਪਾਰਟੀਆਂ ਬਣਦੀਆਂ ਆਈਆਂ ਤੇ ਨਵੀਆਂ ਪਾਰਟੀਆਂ ਦਾ ਸਵਾਗਤ ਕਰਾਂਗੇ, ਪਰ ਪੰਜਾਬ ਦਾ ਭਲਾ ਹੋਣਾ ਚਾਹੀਦਾ ਤੇ ਗੱਲ ਓਨੀ ਕਿ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਜਿੰਨੀ ਕਿ ਪੰਜਾਬ ਦੇ ਹਿੱਤਾਂ ਲਈ ਕਰ ਸਕਦੇ ਹੋ। ਐਨ ਵੀ ਨੇਰੀਆਂ ਲਿਆ ਦਿਆਂਗੇ, ਟਰਾਲੇ ਭਰ ਨੋਟ ਆਉਣਗੇ, ਇੰਨੇ ਪੈਸੇ ਉਹਨੂੰ ਦੇ ਦਾਂਗੇ। ਸੱਚ ਹੈ, ਘੱਟੋ ਘੱਟ ਉਹ ਤਾਂ ਲੋਕਾਂ ਨੂੰ ਦੱਸੋ ਨਾ, ਨਹੀਂ ਤਾਂ ਫਿਰ ਪੁਰਾਣਿਆਂ 'ਚ ਨਵਿਆਂ 'ਚ ਕੋਈ ਫਰਕ ਨਹੀਂ ਰਹਿ ਜਾਂਦਾ। ਜੇਕਰ ਲੋਕਾਂ ਨੂੰ ਉਦਾਂ ਹੀ ਗੁੰਮਰਾਹ ਕਰਨਾ ਹੈ, ਲੋਕਾਂ ਨੂੰ ਅਸਲੀਅਤ ਦਿਖਾਓ, ਅਸਲੀ ਤਸਵੀਰ ਦਿਖਾਓ, ਆਪਣਾ ਕੰਮ ਦਿਖਾਓ, ਲੋਕ ਤਾਂ ਤੁਹਾਨੂੰ ਮੰਨਣਗੇ। ਗੱਲਾਂ ਨਾਲ ਕੁਝ ਨਹੀਂ ਹੋਣਾ। ਬਿਲਕੁਲ। ਜੱਜ ਦਾ ਵਿਚਾਰ। ਹਰਮਨ ਜੀ, ਤੁਸੀਂ ਇਹ ਖਬਰ ਪੜ੍ਹੀ ਹੈ, ਮੈਨੂੰ ਤਾਂ ਬੜਾ ਹੈਰਾਨ ਕਰ ਗਈ ਤੇ ਪਰੇਸ਼ਾਨ ਵੀ ਕਰ ਗਈ ਵੀ ਹੈ ਇਉਂ ਵੀ ਹੁੰਦਾ। ਕਿਹੜੀ? ਮੰਨ ਲਓ ਆਪਾਂ ਸੜਕ ਤੇ ਜਾ ਰਹੇ ਹਾਂ ਜੀ, ਕੋਈ ਆਪਣੇ ਬਰਾਬਰ ਆਉਂਦਾ ਤੇ ਆਪਣੇ ਮੋਰਾਂ ਦੇ ਵਿੱਚ ਜਾਂ ਆਪਣੀ ਗਿੱਚੀ ਦੇ ਉੱਤੇ ਜਾਂ ਬਾਂਹ ਦੇ ਉੱਤੇ ਜਾਂ ਕਿਸੇ ਵੀ ਅੰਗ ਦੇ ਉੱਤੇ ਐਂ ਕਰਕੇ ਟੀਕਾ ਲਾ ਜੇ ਇੱਕ ਤੇ ਫਰਾਰ ਹੋ ਜੇ, ਫਿਰ ਆਪਾਂ ਕੀ ਕਰਾਂਗੇ? ਆਪਾਂ ਨੂੰ ਪਤਾ ਹੀ ਨਹੀਂ ਵੀ ਟੀਕੇ ਦੇ ਵਿੱਚ ਹੈ ਕੀ, ਸਾਨੂੰ ਪਤਾ ਹੀ ਨਹੀਂ ਟੀਕਾ ਲਾਉਣ ਵਾਲੇ ਦਾ ਮਕਸਦ ਕੀ ਆ ਜੀ, ਸਾਨੂੰ ਪਤਾ ਹੀ ਨਹੀਂ ਵੀ ਆਉਂਦੇ ਪਲਾਂ ਦੇ ਵਿੱਚ ਸਾਡੇ ਨਾਲ ਕੀ ਤੋਂ ਕੀ ਵਾਪਰ ਜਾਣਾ। ਇਹ ਗੱਲ ਇਸ ਕਰਕੇ ਕਰ ਰਹੇ ਕਿਉਂਕਿ ਸੁਲਤਾਨਪੁਰ ਲੋਧੀ ਦੇ ਵਿੱਚ ਇੱਕ 70 ਸਾਲ ਦੇ ਬਜ਼ੁਰਗ ਦੇ ਜੀ ਮੋਟਰਸਾਈਕਲ ਦੇ ਉੱਤੇ ਸਵਾਰ 2 ਜਣੇ ਟੀਕਾ ਗਿੱਚੀ ਦੇ ਵਿੱਚ ਲਾ ਕੇ ਭੱਜ ਗਏ ਆ। ਮਨਜੀਤ ਸਿੰਘ ਨਾਂ ਦੇ ਇਸ ਬਜ਼ੁਰਗ ਦੇ ਜੀ ਟੀਕਾ ਲਾਇਆ ਤੇ ਉਹ ਹਸਪਤਾਲ ਦੇ ਵਿੱਚ ਸੁਲਤਾਨਪੁਰ ਲੋਧੀ 'ਚ ਦਾਖਲ ਆ। ਅੱਛਾ ਜੀ। ਪੂਰੇ ਗੌਰ ਦੇ ਨਾਲ ਇਸ ਖਬਰ ਦੇ ਵੱਲ ਧਿਆਨ ਦਿਓ ਵੀ ਇਦਾਂ ਭਵਿੱਖ ਦੇ ਵਿੱਚ ਕਦੇ ਕਿਸੇ ਨਾਲ ਹੋਵੇ ਨਾ, ਚੌਕਸ ਰਹਿ ਕੇ ਫਿਰ ਜਾਓ ਆਓ ਜੀ, ਕਿਉਂਕਿ ਇਹ ਬਜ਼ੁਰਗ ਆ ਜਿਹੜਾ ਸੁਲਤਾਨਪੁਰ ਲੋਧੀ ਦੇ ਵਿੱਚ ਆਪਦੀ ਦੁਕਾਨ ਦਾ ਸ਼ਟਰ ਬੰਦ ਕਰਕੇ ਰਾਤੀ 8:15 ਵਜੇ ਦਾ ਵੇਲਾ ਆਪਦੇ ਪੋਤੇ ਨੂੰ ਨਾਲ ਲੈ ਕੇ ਸਾਈਕਲ ਦੇ ਉੱਤੇ ਘਰ ਦੇ ਵੱਲ ਜਾ ਰਿਹਾ। ਇਸ ਬਜ਼ੁਰਗ ਦੇ ਵੱਲੋਂ ਲਾਏ ਗਏ ਦੋਸ਼ ਦੇ ਮੁਤਾਬਕ 2 ਜਣੇ ਮੋਟਰਸਾਈਕਲ ਤੇ ਆਏ, ਉਹਨਾਂ ਨੇ ਮੇਰੀ ਗਿੱਚੀ ਦੇ ਵਿੱਚ ਕੁਝ ਮਾਰਿਆ, ਬੜਾ ਤਿੱਖਾ ਸੀ। ਬਾਅਦ ਚ ਪਤਾ ਲੱਗਾ ਵੀ ਇਹ ਤਾਂ ਟੀਕਾ ਸੀ। ਅੱਛਾ ਜੀ। ਪਰ ਚੰਗੀ ਗੱਲ ਇਹ ਰਹੀ ਵੀ ਟੀਕੇ ਵਿਚਲਾ ਸਮਾਨ, ਟੀਕੇ ਵਿਚਲਾ ਪਦਾਰਥ ਆ ਜਿਹੜਾ ਸਰੀਰ ਦੇ ਵਿੱਚ ਨਹੀਂ ਗਿਆ, ਕਿਉਂਕਿ ਜਦੋਂ ਗਿੱਚੀ ਦੇ ਉੱਤੇ ਮਾਰਿਆ ਤੇ ਉਦੋਂ ਫਿਰ ਸਿਰਿੰਜ ਮੁੜ ਗਈ, ਸੂਈ ਮੁੜ ਗਈ ਮੂਹਰੋਂ। ਤੇ ਹੁਣ ਇਹ ਬਜ਼ੁਰਗ ਇਹ ਗੱਲ ਕਹਿਣਾ ਜੀ ਕਿ ਮੇਰੇ ਨਾਲ ਧੱਕਾ ਹੋਇਆ ਤੇ ਪੁਲਿਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਆ ਜੀ। ਪਰ ਹੈਰਾਨ ਕਰ ਦਿੱਤਾ ਟਾਣਾ ਸਾਹਿਬ ਇਸ ਮਾਮਲੇ ਨੇ ਕਿ ਇਦਾਂ ਵੀ ਹੋ ਸਕਦਾ। ਅੱਜ ਤੱਕ ਕਦੇ ਇਸ ਤੋਂ ਪਹਿਲਾਂ ਇਦਾਂ ਦਾ ਨਾ ਕੁਝ ਵਾਪਰਿਆ, ਨਾ ਕਿਸੇ ਨੇ ਸੋਚਿਆ ਸੀ ਵੀ ਇਦਾਂ ਵੀ ਹੋ ਸਕਦਾ ਹੈ। ਸੋ ਸੁਰੱਖਿਆ ਕਿੱਥੇ ਹੈ? ਸੁਰੱਖਿਅਤ ਕਿੱਥੇ ਆ ਬੰਦਾ? ਤੁਹਾਨੂੰ ਪਤਾ ਹੀ ਨਹੀਂ, ਰਾਹ ਤੁਰੇ ਜਾਂਦੇ ਤੁਹਾਡੇ ਨਾਲ ਹੋ ਕੀ ਜਾਣਾ ਹੈ। ਪਹਿਲਾਂ ਤਾਂ ਅੱਜ ਤਾਂ ਇਹੀ ਖਬਰਾਂ ਸੁਣਦੇ ਸੀ, ਕਿਸੇ ਨੇ ਪਰਸ ਝਪਟ ਲਿਆ, ਕਿਸੇ ਨੇ ਵਾਲੀਆਂ ਲਾ ਲਈਆਂ, ਕਿਸੇ ਨੇ ਵੈਸੇ ਚੇਨੀ ਲਾ ਲਈ, ਹਨਾ। ਆਹ ਸਾਰੀਆਂ ਘਟਨਾਵਾਂ ਹੁੰਦੀਆਂ ਸੀ ਰਾਹ ਰਸਤੇ ਦੇ ਵਿੱਚ। ਤੇ ਜੇਕਰ ਹੁਣ ਇਹੋ ਜਿਹੀਆਂ ਘਟਨਾਵਾਂ ਵੀ ਹੋਣਗੀਆਂ ਤਾਂ ਆਮ ਬੰਦਾ ਜਾਊ ਕਿੱਥੇ? ਬਿਲਕੁਲ ਜੀ। ਤੇ ਬੇਨਤੀ ਇਹ ਆ ਪੰਜਾਬੀਆਂ ਨੂੰ ਵੀ ਤੁਸੀਂ ਆਪਦੀ ਨਿਗਰਾਨੀ ਆਪ ਰੱਖਿਆ ਕਰੋ। ਬਾਅਦ ਦੇ ਵਿੱਚ ਵੇਲਾ ਹੱਥ ਨਹੀਂ ਆਉਂਦਾਗਾ, ਅੱਖ ਦੇ ਫੋਰ ਦੇ ਵਿੱਚ ਕੀ ਤੋਂ ਕੀ ਬਣ ਜਾਂਦਾ। ਜੇਕਰ ਬਜ਼ੁਰਗ ਦੇ ਲਾਏ ਹੋਏ ਦੋਸ਼ ਸਹੀ ਆ ਤਾਂ ਫਿਰ ਸਾਨੂੰ ਬਹੁਤ ਚੌਕਸੀ ਵਰਤਣੀ ਚਾਹੀਦੀ ਹੈ। ਪਰ ਪੁਲਿਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਕਿਉਂਕਿ ਬਜ਼ੁਰਗ ਨੇ ਕਿਹਾ ਵੀ ਚਿੱਟੇ ਦਾ ਭਰਿਆ ਹੋਇਆ ਟੀਕਾ ਸੀ ਜਿਹੜਾ ਕਿ ਮੇਰੇ ਪਿੰਡੇ ਦੇ ਵਿੱਚ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਉਹਦਾ ਤੁਸੀਂ ਪਿਛਲੇ ਦਿਨਾਂ ਵੱਲ ਝਾਤ ਮਾਰ ਲਓ, ਕੁੜੀਆਂ ਚਿੱਟਾ ਵੇਚਦੀਆਂ ਫੜੀਆਂ ਜਾ ਰਹੀਆਂ, ਬਿਲਕੁਲ ਸਹੀ। ਮੁੰਡੇ ਓਵਰਡੋਜ਼ ਦੇ ਕਰਕੇ ਮਰ ਰਹੇ ਲਗਾਤਾਰ। ਕਿਸੇ ਦੀ ਬਾਂਹ ਦੇ ਵਿੱਚ, ਕਿਸੇ ਦੀ ਲੱਤ ਦੇ ਵਿੱਚ, ਕਿਸੇ ਦੇ ਕਿਤੇ ਟੀਕਾ ਲਮਕ ਰਿਹਾ ਹੁੰਦਾ, ਕਿਸੇ ਦੇ ਕੋਲੇ ਸਿਰਿੰਜ ਪਈ ਆ, ਉਹ ਢੇਰੀ ਹੋਇਆ ਪਿਆ ਹੁੰਦਾ। ਪੰਜਾਬ ਦਾ ਬਣੂਗਾ ਕੀ ਕਰੇ? ਇਹਦੇ ਬਾਬਤ ਸੋਚਣਾ ਬਣਦਾ। ਬਹੁਤ ਵੱਡਾ ਸਵਾਲ ਹੈ ਸਾਡੇ ਪੰਜਾਬੀਆਂ ਦੇ ਮੂਹਰੇ, ਸਾਰੇ ਪੰਜਾਬ ਦੇ ਮੂਹਰੇ, ਸਰਕਾਰਾਂ ਦੇ ਮੂਹਰੇ, ਪ੍ਰਸ਼ਾਸਨ ਦੇ ਮੂਹਰੇ। ਬਹੁਤ ਵੱਡਾ ਇਹ ਸਵਾਲ ਹੈ ਕਿ ਆਖਰਕਾਰ ਸਾਡਾ ਬਣੂਗਾ ਕੀ? ਅਸੀਂ ਕੀ ਆਪਣਾ ਭਵਿੱਖ ਵੇਖ ਰਹੇ ਹਾਂ? ਕੀ ਸਾਡੇ ਭਵਿੱਖ ਦੇ ਵਿੱਚ ਸਾਡੇ ਨਾਲ ਵਾਪਰਨਾ ਹੈ? ਕਿਸੇ ਨੂੰ ਕੁਝ ਨਹੀਂ ਪਤਾ। ਪਰ ਇਸ ਵੇਲੇ ਇਹ ਮੁੱਦੇ, ਨਸ਼ੇ ਨਾਲ ਜੁੜੀਆਂ ਹੋਈਆਂ ਗੱਲਾਂ ਜਿਸ ਤਰੀਕੇ ਨਾਲ ਸਾਹਮਣੇ ਆ ਰਹੀਆਂ ਨੇ ਨਾ, ਵਾਕਈ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ। ਤੇ ਅਗਲੀ ਗੱਲ ਇਹ ਹੈ ਵੀ ਚਿੱਟੇ ਦੀ ਖਬਰ ਇੰਨੀ ਕੁ ਉਛਲਦੀ ਹੈ, ਚਿੱਟਾ ਚਿੱਟਾ ਚਿੱਟਾ, ਚਾਰੇ ਪਾਸੇ ਚਿੱਟਾ, ਚਾਰੇ ਪਾਸੇ ਚਿੱਟਾ। ਹੁਣ ਤਾਂ ਕਦੇ ਕਦੇ ਇਉਂ ਲੱਗਦਾ ਵੀ ਰੌੜੀਆਂ ਪਕੌੜੀਆਂ ਦੇ ਵਾਂਗੂ ਚਿੱਟਾ ਵਿਖ ਰਿਹਾ। ਬਿਲਕੁਲ। ਜਿਵੇਂ ਸ਼ੀਰਨੀ ਆਪਾਂ ਵੰਡਦੇ ਹੁੰਨੇ, ਘਰ ਘਰ ਦੇ ਵਿੱਚ ਚਿੱਟਾ ਕਿਤੇ ਇਉਂ ਨਾ ਜਾਣ ਲੱਗ ਪਏ। ਇਸ ਚਿੱਟੇ ਦੀ ਖਤਰਨਾਕ ਖਬਰ ਦੇ ਕਰਕੇ ਸ਼ਰਾਬ ਸਤਿਕਾਰਤ ਨਸ਼ਾ ਲੱਗਣ ਲੱਗ ਗਿਆ। ਜੀ ਜੀ ਜੀ। ਇਉਂ ਲੱਗਦਾ ਵੀ ਇਹ ਤਾਂ ਕੋਈ ਨਸ਼ਾ ਹੀ ਨਹੀਂਗਾ, ਇਹ ਤਾਂ ਪਰਿਵਾਰਕ ਜੀ ਗੱਲ ਆ। ਪਰ ਇਹਦੇ ਲਈ ਆਮ ਲੋਕਾਂ ਨੂੰ ਵੀ ਇਕੱਠੇ ਹੋਣਾ ਪਊਗਾ ਟਾਣਾ ਸਾਹਿਬ, ਕਿਉਂਕਿ ਗੱਲ ਇਹ ਹੈ ਕਿ ਜੇਕਰ ਅਸੀਂ ਇਦਾਂ ਹੀ ਅੱਖਾਂ ਬੰਦ ਕਰਕੇ ਸਾਰਾ ਕੁਝ ਵੇਖਦੇ ਰਹੇ ਤਾਂ ਇਹ ਅੱਗ ਕਦੋਂ ਸਾਡੇ ਘਰਾਂ ਤੱਕ ਪਹੁੰਚ ਜਾਊਗੀ ਸਾਨੂੰ ਪਤਾ ਨਹੀਂ ਲੱਗਣਾ। ਇਸ ਲਈ ਆਮ ਲੋਕ, ਜਿਹੜੇ ਸੁਹਿਰਦ ਲੋਕ ਨੇ, ਜਿਹੜੇ ਬੁੱਧੀਜੀਵੀ ਨੇ, ਜਿਹੜੇ ਲੋਕ ਵਾਕਈ ਪਿੰਡ ਦੇ ਵਿੱਚ ਜਿਹੜੇ ਸਾਰਾ ਕੁਝ ਜਾਣਦੇ ਨੇ, ਉਹਨਾਂ ਲੋਕਾਂ ਨੂੰ ਇਕੱਠੇ ਹੋਣਾ ਪਊਗਾ, ਇਹਨਾਂ ਦੇ ਖਿਲਾਫ ਖੜਨਾ ਪਊਗਾ, ਨਹੀਂ ਤਾਂ ਜਲਦੀ ਹੀ ਸਾਡੇ ਘਰ ਤੱਕ ਇਹ ਗੱਲ ਪਹੁੰਚ ਜਾਣੀ ਹੈ। ਪਿੰਡਾਂ ਦੀਆਂ ਪੰਚਾਇਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਉਹਨਾਂ ਦੇ ਵੱਲੋਂ ਇਕੱਠੇ ਹੋ ਕੇ ਨਾ ਫੈਸਲਾ ਕੀਤਾ ਜਾਵੇ, ਕਮੇਟੀਆਂ ਬਣਾਈਆਂ ਜਾਣ ਵੀ ਪਿੰਡਾਂ ਦੇ ਵਿੱਚ ਪਹਿਰੇਦਾਰੀ ਕਿਵੇਂ ਕਰਨੀ ਹੈ। ਹਰ ਪਿੰਡ ਦੇ ਵਿੱਚ 2 4 5 ਜਣੇ ਖਤਰਨਾਕ ਨਸ਼ਿਆਂ ਦੇ ਆਦੀ ਆ। ਕਈਆਂ ਪਿੰਡਾਂ ਦੇ ਵਿੱਚ ਵੇਚਣ ਵਾਲੇ ਵੀ ਹੈਗੇ, 5 7 10 ਜਣੇ ਹੁੰਦੇ ਆ। ਉਹਨਾਂ ਨੂੰ ਮੁੱਖ ਧਾਰਾ ਦੇ ਵਿੱਚ ਲੈ ਕੇ ਆਉਣ ਦੇ ਲਈ ਪੰਚਾਇਤ ਪੱਧਰ ਦੇ ਉੱਤੇ ਤੇ ਕਲੱਬ ਪੱਧਰ ਦੇ ਉੱਤੇ ਯਤਨ ਕੀਤੇ ਜਾਣ, ਪਰਿਵਾਰ ਪੱਧਰ ਤੇ ਵੀ ਯਤਨ ਕੀਤੇ ਜਾਣ।
ਉਹਨਾਂ ਨੂੰ ਸਮਾਜ ਦੇ ਨਾਲੋਂ ਤੋੜ ਕੇ ਨਾ ਵੇਖੀਏ, ਉਹਨਾਂ ਨੂੰ ਸਮਾਜ ਦੇ ਵਿੱਚ ਮੁੜ ਕੇ ਲਿਆਉਣ ਦੀਆਂ ਕੋਸ਼ਿਸ਼ਾਂ ਕਰੀਏ। ਬਿਲਕੁਲ। ਕਈ ਵਾਰੀ ਇਹ ਦੇਖਦੇ ਜੀ ਕਿ ਉਹਨੂੰ ਬੰਦੇ ਨੂੰ ਨੰਗਾ ਕਰਕੇ ਕੁੱਟਿਆ, ਉਹ ਕੁੱਟਣ ਦੇ ਨਾਲ ਕੁਝ ਨਹੀਂ ਬਣਨਾਗਾ, ਪੁਲਿਸ ਦੇ ਕੋਲੇ ਭੇਜ ਦਿੰਦੇ ਆ, ਜ਼ਮਾਨਤ ਤੇ ਬੰਦਾ ਫੇਰ ਆ ਜਾਂਦਾ, ਆ ਕੇ ਕਰਤੂਤ ਉਹੀ ਕਰਦਾ। ਉਹਨੂੰ ਮੁੱਖ ਧਾਰਾ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰੀਏ, ਤੇ ਜੇਕਰ ਕੋਈ ਨਹੀਂ ਆਉਂਦਾ ਵਾਰ-ਵਾਰ ਕਹਿਣ ਦੇ ਬਾਵਜੂਦ, ਤੌਣੀ ਦਾ ਹੱਕਦਾਰ ਉਹ ਫੇਰ ਬਣਦਾ। ਬਿਲਕੁਲ ਸਹੀ। ਕਿਉਂਕਿ ਬਹੁਤ ਕੁਝ ਇਸ ਵਕਤ ਪੰਜਾਬ ਦੇ ਵਿੱਚ ਚੱਲ ਰਿਹਾ। ਰੱਬ ਕਰੇ ਪੰਜਾਬ ਖੁਸ਼ੀਆਂ ਖੇੜਾ ਵਾਲਾ ਰਵੇ। ਬਿਲਕੁਲ। ਉਹ ਜਿਵੇਂ ਨਾ ਲੱਗੀ ਨਜ਼ਰ ਪੰਜਾਬ ਨੂੰ ਕੋਈ ਆਣ ਉਤਾਰੋ, ਇਹ ਮੈਨੂੰ ਕਦੇ-ਕਦੇ ਗੱਲ ਲੱਗਦੀ ਵੀ ਹੁਣ ਕਿਹੜੀਆਂ ਮਿਰਚਾਂ ਵਾਰ ਕੇ ਵੀ ਪੰਜਾਬ ਬਚਿਆ ਰਵੇ। ਤੇ ਭਗਵੰਤ ਮਾਨ ਦੀ ਸਰਕਾਰ ਨੂੰ ਬੇਨਤੀ ਆ ਵੀ ਆਪਾਂ ਗੱਲਾਂ ਦੇ ਨਾਲ ਮਸਲੇ ਹੱਲ ਨਾ ਕਰੀਏ, ਆਪਾਂ ਪ੍ਰੈਕਟੀਕਲ ਤੌਰ ਦੇ ਉੱਤੇ, ਜ਼ਮੀਨੀ ਤੌਰ ਦੇ ਉੱਤੇ ਟੰਗੀਏ 5-7 ਤਸਕਰ, ਫੇਰ ਬਾਕੀਆਂ ਨੂੰ ਕੰਨ ਹੋਣਗੇ। ਜੀ ਉਹ ਜਿਵੇਂ ਕਹਿੰਦੇ ਨਾ ਇੱਕ ਕਾਂ ਟੰਗ ਦਿਓ ਤੇ ਬਾਕੀਆਂ ਨੂੰ ਕੰਨ ਹੋ ਜਾਂਦੇ ਨੇ, ਉਦਾਂ ਇੱਕ ਕਾਂ ਟੰਗਣਾ ਪਊਗਾ, ਕਈ ਕਾਂ ਟੰਗਣੇ ਪੈਣਗੇ ਤਾਂ ਬਾਕੀਆਂ ਨੂੰ ਕੰਨ ਹੋਣਗੇ। ਇਸ ਲਈ ਸਿਰਫ ਕਾਗਜ਼ੀ ਪੱਤਰੀ ਕੰਮ ਨਹੀਂ ਹੋਣੇ, ਜ਼ਮੀਨੀ ਪੱਧਰ ਤੇ ਵੀ ਕੰਮ ਕਰਨ ਦੀ ਲੋੜ ਹੈ। ਜੱਜ ਦਾ ਵਿਚਾਰ। ਹਰਮਨ ਜੀ, ਮੈਂ ਨਾ ਕਈ ਵਾਰ ਜਾਣਾ ਜਦੋਂ ਪਿੰਡਾਂ ਵਿੱਚ ਦੀ ਲੰਘਦੇ ਆ, ਦੇਖੋ ਸਾਰੇ ਪਿੰਡ ਇੱਕੋ ਜਿਹੇ ਨਹੀਂ, ਬਹੁਤ ਸਾਰੇ ਪਿੰਡਾਂ ਦੇ ਵਿੱਚ ਸੁਹਿਰਦ ਲੋਕ ਆ, ਸਿਆਣੀਆਂ ਪੰਚਾਇਤਾਂ ਜਿਹੜੀਆਂ ਕਿ ਪਿੰਡ ਦੇ ਬਾਰੇ ਫਿਕਰ ਕਰਦੀਆਂ, ਪਿੰਡ ਦਾ ਕੁਝ ਨਾ ਕੁਝ ਸੰਵਰ ਜਾਵੇ ਇਹਦੀਆਂ ਕੋਸ਼ਿਸ਼ਾਂ ਕਰਦੀਆਂ। ਪਰ ਕਈ ਪਿੰਡਾਂ ਦੇ ਵਿੱਚ ਬਹੁਤ ਮਾੜੇ ਹਾਲਾਤ ਆ। ਮੈਂ ਪਿੰਡ ਦੇ ਵਿੱਚ ਦੀ ਲੰਘਿਆ ਤੇ ਜਿਹੜੀ ਲਿੰਕ ਸੜਕ ਹੁੰਦੀ, ਪੱਕੀ ਸੜਕ ਲੰਘਦੀ ਉਹਨਾਂ ਦੇ ਪਿੰਡ ਦੇ ਵਿੱਚ ਦੀ, ਤੇ ਉੱਥੇ ਪੌਣੀ ਸੜਕ ਦੇ ਉੱਤੇ ਰੂੜੀ ਦੇ ਢੇਰ ਲੱਗੇ ਆ। ਮੰਨ ਲਓ ਆਹ ਸੜਕ ਆ, ਇਹਦੇ ਉੱਤੇ ਰੂੜੀ ਲਾਈ ਹੋਈ ਆ, ਰੂੜੀ ਇੱਕ ਇੱਥੇ ਲੱਗੀ ਆ, ਇੱਕ ਇੱਥੇ ਲੱਗੀ ਆ, ਉੱਥੇ ਜੇ ਲੱਗੀ ਆ, ਉੱਥੇ ਜੇ ਲੱਗੀ ਆ। ਮੈਂ ਹੈਰਾਨ ਰਹਿ ਗਿਆ ਵੀ ਲੋਕਾਂ ਨੂੰ ਕੱਚੇ ਦਾਣੀ ਮੁੜਨਾ ਪੈਂਦਾ ਫੇਰ, ਕਿਉਂਕਿ ਪੱਕੀ ਥਾਂ ਦੇ ਉੱਤੇ ਤਾਂ ਲੋਕਾਂ ਨੇ ਰੂੜੀ ਲਾਈ ਆ। ਮੇਰੀ ਬੇਨਤੀ ਇਹ ਆ ਵੀ ਜਿਹੜੇ ਲੋਕ ਇਹੋ ਜੀ ਮੂਰਖਮਤੀ ਕਰਦੇ ਆ, ਹੈਗੇ ਤਾਂ ਉਹ ਛਤਰੌਲ ਦੇ ਹੱਕਦਾਰੀ ਆ, ਕਿਉਂਕਿ ਜਿਨ੍ਹਾਂ ਨੂੰ ਦਿਸਦਾ ਹੀ ਨਹੀਂ ਵੀ ਭਾਈ ਇਹ ਸੜਕ ਕਾਹਦੇ ਲਈ ਬਣਾਈ ਆ, ਇਹਨਾਂ ਨੂੰ ਪੰਚਾਇਤਾਂ ਦੇ ਵੱਲੋਂ ਥੋੜਾ ਜਿਹਾ ਘੂਰਿਆ ਜਾਵੇ, ਪਿੰਡ ਦੇ ਸੂਝਵਾਨ ਲੋਕਾਂ ਦੇ ਵੱਲੋਂ ਇਕੱਠ ਕਰਕੇ ਇਹਨਾਂ ਨੂੰ ਲਾਹਨਤ ਪਾਈ ਜਾਵੇ ਵੀ ਭਾਈ ਤੁਸੀਂ ਪੰਜਾਬ ਦਾ, ਪਿੰਡ ਦਾ ਕੁਝ ਸਵਾਰ ਨਹੀਂ ਸਕਦੇ ਤੇ ਆ ਸਤਿਆਨਾਸ਼ ਵੀ ਨਾ ਕਰੋ। ਟਾਣਾ ਸਾਹਿਬ, ਤੁਸੀਂ ਸੁਣ ਕੇ ਹੈਰਾਨ ਹੋਵੋਗੇ, ਇਹ ਹਾਲਾਤ ਕੱਲੇ ਪਿੰਡਾਂ ਦੇ ਨਹੀਂ, ਸ਼ਹਿਰਾਂ ਦੇ ਹਾਲਾਤ ਵੀ ਇਹੋ ਜਿਹੇ ਨੇ। ਇੱਕ ਦਿਨ ਇੱਕ ਸੜਕ ਤੋਂ ਮੈਂ ਗੁਜ਼ਰ ਰਹੀ ਸੀ, ਉਸ ਸੜਕ ਦੇ ਉੱਪਰ ਹਸਪਤਾਲ ਹੈ, ਉਹ ਹਸਪਤਾਲ ਬੱਚਿਆਂ ਦਾ ਹਸਪਤਾਲ ਹੈ, ਔਰ ਹਸਪਤਾਲ ਦੇ ਠੀਕ ਮੋਹਰੇ ਰਾਹ ਨੂੰ ਰੋਕ ਕੇ ਤੇ ਉੱਥੇ ਟੈਂਟ ਲਾ ਕੇ ਤੇ ਵਿਆਹ ਦਾ ਸਮਾਗਮ ਕੀਤਾ ਜਾ ਰਿਹਾ ਹੈ। ਔਰ ਉਹ ਇਲਾਕਾ ਇੰਨਾ ਜ਼ਿਆਦਾ ਪੌਸ਼ ਆ ਕਿ ਮੈਨੂੰ ਲੱਗਦਾ ਕਰੋੜਾਂਪਤੀ ਲੋਕ ਉੱਥੇ ਰਹਿੰਦੇ ਨੇ। ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਸਾਡੀ ਸੋਝੀ ਸਾਨੂੰ ਇੰਨਾ ਨਹੀਂ ਦੱਸਦੀ ਕਿ ਇੱਥੇ ਹਸਪਤਾਲ ਹੈ, ਕਿਸੇ ਨੂੰ ਵੀ ਕਦੇ ਵੀ ਲੋੜ ਪੈ ਸਕਦੀ ਹੈ, ਕੁਝ ਜ਼ਰੂਰੀ ਹੋ ਸਕਦਾ, ਕੋਈ ਐਮਰਜੈਂਸੀ ਹੋ ਸਕਦੀ ਹੈ, ਕਿਸੇ ਨੇ ਬੱਚਾ ਲੈ ਕੇ ਆਉਣਾ, ਉੱਥੇ ਕੋਈ ਵੀ ਪ੍ਰੋਬਲਮ ਉੱਥੇ ਹੋ ਸਕਦੀ ਹੈ, ਤਾਂ ਉਹਦੇ ਲਈ ਕੀ ਸਾਡਾ ਸਮਾਗਮ ਸੜਕ ਤੇ ਕਰਨਾ ਹੀ ਜ਼ਰੂਰੀ ਹੈ? ਇਹ ਤਾਂ ਇੱਕ ਡਰਾਮਾ ਬਣ ਗਿਆ ਪੰਜਾਬ ਦੇ ਵਿੱਚ। ਤੁਸੀਂ ਸ਼ਹਿਰ ਦੇ ਵਿੱਚ ਨਹੀਂ ਜਾਂਦੇ ਹੋ, ਰਾਤ ਦਾ ਮੰਨ ਲਓ 11-12 ਵਜੇ ਦਾ ਵੇਲਾ ਜੀ, ਜਾਂ ਦੁਪਹਿਰ ਦੇ ਵੇਲੇ ਵੀ ਜਾਂਦੇ ਕਿਤੇ, ਤੁਸੀਂ ਜਾਂਦੇ ਆ, ਤੁਹਾਨੂੰ ਪਤਾ ਹੀ ਨਹੀਂ ਵੀ ਰਾਹ ਦੇ ਵਿੱਚ ਸੜਕ ਰੋਕੀ ਹੋਈ ਆ, ਕਹਿੰਦੇ ਜੀ ਇੱਥੇ ਫਲਾਣਾ ਧਾਰਮਿਕ ਸਮਾਗਮ ਚੱਲ ਰਿਹਾ। ਤੁਹਾਨੂੰ ਫਿਰ ਗਲੀਆਂ ਗੁਲੀਆਂ ਦੇ ਵਿੱਚ ਨਹੀਂ, ਜਿਨ੍ਹਾਂ ਦੇ ਬਾਰੇ ਜਾਣਦੇ ਨਹੀਂ, ਉਧਰ ਨਹੀਂ ਮੁੜ ਕੇ ਆਉਣਾ ਪੈਂਦਾ। ਨਾਲੇ ਤਾਂ ਉਹ ਸੜਕ ਨੂੰ ਬਰਬਾਦ ਕਰਦੇ ਆ, ਵਿੱਚ ਉਹਦੇ ਟੋਏ ਪੱਟ ਕੇ ਉਹਦੇ ਵਿੱਚ ਪੋਲ ਗੱਡ ਕੇ, ਤੇ ਨਾਲੇ ਉੱਥੇ ਖਲਾਰਾ ਪਾਉਂਦੇ ਆ, ਤੇ ਨਾਲੇ ਲੋਕਾਂ ਨੂੰ ਪਰੇਸ਼ਾਨ ਕਰਦੇ। ਤੇ ਉਹ ਕਿਉਂ ਨਹੀਂ ਰੋਕੇ ਜਾਂਦੇ? ਕਿਉਂਕਿ ਸੰਬੰਧਿਤ ਹਲਕੇ ਦਾ ਵਿਧਾਇਕ ਉਹਨਾਂ ਨੂੰ ਥਾਪੜਾ ਦਿੰਦਾ। ਕਦੇ ਵਿਧਾਇਕ ਨੂੰ ਇਹ ਸੁਣਿਆ ਵੀ ਭਾਈ ਮੈਂ ਇੱਥੇ ਆ ਕੁਝ ਨਹੀਂ ਕਰਨ ਦੇਣਾ, ਜੇਕਰ ਤੁਸੀਂ ਧਾਰਮਿਕ ਸਮਾਗਮ ਕਰਨਾ ਫਲਾਣੇ ਸਟੇਡੀਅਮ 'ਚ ਜਾ ਕੇ ਕਰੋ, ਫਲਾਣੀ ਪਾਰਕ 'ਚ ਕਰ ਲਓ। ਕੋਈ ਪਤਾ ਨਹੀਂ ਕਿਉਂ ਨਾ ਤਾਂ ਬੰਦੇ ਆਪ ਸਮਝਦੇ ਨੇ, ਨਾ ਹੀ ਕੋਈ ਸਮਝਾਉਣ ਵਾਲਾ ਹੈ ਵੀ ਜਿਨ੍ਹਾਂ ਦੀਆਂ ਕਰੋੜਾਂ ਦੀਆਂ ਕੋਠੀਆਂ ਨੇ, ਕੀ ਉਹ ਕੁਝ ਹਜ਼ਾਰ ਦੇ ਕੇ ਕਿਸੇ ਪੈਲੇਸ ਦੇ ਵਿੱਚ, ਕਿਸੇ ਰਿਜ਼ੋਰਟ ਦੇ ਵਿੱਚ, ਕਿਸੇ ਛੋਟੇ ਬੈਂਕੁਏਟ ਹਾਲ ਦੇ ਵਿੱਚ ਉੱਥੇ ਜਾ ਕੇ ਆਪਣਾ ਸਮਾਗਮ ਨਹੀਂ ਕਰ ਸਕਦੇ? ਸੜਕ ਦੇ ਉੱਪਰ ਤੁਸੀਂ ਏਡਾ ਟੈਂਟ ਲਾ ਕੇ, ਡੈਕੋਰੇਸ਼ਨਾਂ ਕਰਕੇ, ਉੱਥੇ ਵੀ ਤਾਂ ਪੈਸਾ ਬਰਬਾਦ ਕਰਦੇ ਹੀ ਹੋ। ਉੱਤੋਂ ਹਸਪਤਾਲ ਨੇੜੇ ਹੈ, ਤੇ ਤੁਸੀਂ ਜੇਕਰ ਕਿਸੇ ਨੂੰ ਕੁਝ ਹੋ ਜਾਂਦਾ ਤਾਂ ਉਹਦਾ ਜ਼ਿੰਮੇਵਾਰ ਕੌਣ ਹੈ? ਤੇ ਸੱਭਿਅਕ ਰਹਿਣ ਦੇ ਗੁਰ ਕਿਸੇ ਸਰਕਾਰ ਨੇ ਤੁਹਾਨੂੰ ਨਹੀਂ ਦੱਸਣੇ ਜੀ, ਨਾ ਭਗਵੰਤ ਮਾਨ ਨੇ ਦੱਸਣੇ ਆ, ਨਾ ਇੱਥੇ ਰਾਜਾ ਵੜਿੰਗ ਨੇ ਦੱਸਣੇ ਆ, ਨਾ ਹੀ ਇੱਥੇ ਕਿਸੇ ਹੋਰ ਮੰਤਰੀ ਸੰਤਰੀ ਨੇ ਦੱਸਣੇ ਆ, ਨਾ ਹੀ ਇੱਥੇ ਪ੍ਰਧਾਨ ਮੰਤਰੀ ਨੇ ਦੱਸਣੇ ਆ। ਸੱਭਿਅਕ ਕਿਵੇਂ ਰਹਿਣਾ ਤੇ ਜ਼ਿੰਮੇਵਾਰ ਨਾਗਰਿਕ ਕਿਵੇਂ ਬਣਨਾ, ਇਹ ਤੁਹਾਨੂੰ ਆਪਣੇ ਆਪ ਨੂੰ ਅਕਲ ਆਉਣੀ ਚਾਹੀਦੀ ਹੈ। ਬਿਲਕੁਲ ਸਹੀ। ਤਹਿਜ਼ੀਬ ਤੁਹਾਨੂੰ ਕਿਸੇ ਨੇ ਸਿਖਾਉਣੀ ਨਹੀਂ, ਤਹਿਜ਼ੀਬ ਤੁਹਾਨੂੰ ਪਿਤਾ ਪੁਰਖੀ ਆਪੇ ਹੀ ਆਉਣੀ ਚਾਹੀਦੀ ਹੈ। ਕਿਉਂਕਿ ਹੁਣ ਤੱਕ ਆਪਾਂ ਗਾਂਧੀ ਪਾਉਂਦੇ ਆਏ ਆ, ਤੇ ਮਾੜਾ ਜਿਹਾ ਇਸ ਗੱਲ ਤੋਂ ਪਾਸਾ ਵੱਟ ਕੇ। ਖੈਰ, ਪੰਜਾਬ ਦੇ ਵਿੱਚ ਬਹੁਤ ਸਾਰੀਆਂ ਜ਼ਮੀਨਾਂ ਇਹੋ ਜਿਹੀਆਂ ਪੰਚਾਇਤੀ ਜ਼ਮੀਨਾਂ ਜਿਨ੍ਹਾਂ ਦੇ ਉੱਤੇ ਕਬਜ਼ੇ ਆ। ਪਿਛਲੇ ਦਿਨੀ ਪੰਜਾਬ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਇੱਕ ਪਿੰਡ 'ਚ ਗਏ ਸੀ, ਉੱਥੇ ਉਹਨਾਂ ਨੇ ਕਹਿੰਦੇ ਵੀ 29 ਏਕੜ ਜ਼ਮੀਨ ਤੋਂ ਕਬਜ਼ਾ ਛੁਡਵਾਇਆ ਸੀ ਜੀ। ਹੁਣ ਪਤਾ ਲੱਗਾ ਜੀ ਕਿ ਇੱਕ ਘਰ ਨੇ ਖੁਦ ਹੀ ਜ਼ਮੀਨ ਤੋਂ ਕਬਜ਼ਾ ਛੱਡਤਾ ਜੀ। ਇਸ ਘਰ ਦੇ ਮੈਂਬਰਾਂ ਦੇ ਵੱਲੋਂ ਕਾਫੀ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਗਿਆ ਸੀ, 43 ਏਕੜ ਦੇ ਨੇੜੇ, 43 ਏਕੜ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਗਿਆ ਸੀ, ਤੇ ਟੱਬਰ ਨੇ ਆਪੇ ਹੀ ਕਬਜ਼ਾ ਛੱਡਤਾ। ਤੇ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਦੇ ਘਰ ਦੇ ਵਿੱਚ ਪਹੁੰਚੇ, ਤੇ ਜਿਹੜੀ ਟੱਬਰ ਦੀ ਮੁਖੀ ਆ, ਮਾਤਾ ਜੀ ਆ, ਉਹਦੀ ਝੋਲੀ ਦੇ ਵਿੱਚ ਦਾਣੇ ਪਾਏ ਆ। ਵਾਹ। ਉਹਨਾਂ ਨੇ ਇਹ ਗੱਲ ਕਹੀ ਆ ਵੀ ਇਸ ਟੱਬਰ ਨੇ ਸਰਕਾਰ ਦਾ ਰਿਜ਼ਕ ਵਧਾਉਣ ਦੀ ਖਾਤਰ ਜ਼ਮੀਨ ਤੋਂ ਕਬਜ਼ਾ ਛੱਡਿਆ, ਇਹਨਾਂ ਦਾ ਰਿਜ਼ਕ ਵਧਿਆ ਰਵੇ, ਇਸ ਕਰਕੇ ਪੰਜਾਬ ਸਰਕਾਰ ਦੇ ਵੱਲੋਂ ਅਸੀਂ ਜਿਹੜੀ ਝੋਲੀ 'ਚ ਦਾਣੇ ਪਾਉਣੇ, ਇਹ ਇੱਕ ਪੁਰਾਣੀ ਰਵਾਇਤ ਹੈਗੀ। ਸੋ ਬੜੀ ਚੰਗੀ ਗੱਲ ਆ ਭਾਈ, ਜਿਨ੍ਹਾਂ ਨੇ ਜ਼ਮੀਨਾਂ ਦੇ ਉੱਤੇ ਕਬਜ਼ਾ ਕੀਤਾ ਹੋਇਆ ਉਹ ਛੱਡ ਦਿਓ। ਮੈਂ ਤਾਂ ਇਹ ਗੱਲ ਕਹਿਣਾ ਵੀ ਭਾਵੇਂ ਆਪ ਦੀ ਸਰਕਾਰ ਨਾ ਵੀ ਆਉਂਦੀ,
ਤਾਂ ਵੀ ਕਬਜ਼ੇ ਕਰਨ ਦਾ ਸਾਨੂੰ ਹੱਕ ਹੀ ਆ। ਕੋਈ ਰੂੜੀ ਲਾਈ ਬੈਠਾ, ਕੋਈ ਵਲਗਣ ਕਰੀ ਬੈਠਾ, ਕੋਈ ਉੱਥੇ ਕੋਈ ਹੋਰ ਕੁਛ ਕਰੀ ਬੈਠਾ। ਹੈਰਾਨੀ ਹੁੰਦੀ ਇਸ ਗੱਲ ਤੇ। ਜੋ ਕੁਝ ਸਾਡੇ ਕੋਲ ਹੈ, ਜੇ ਉਹ ਕੁਝ ਹੋਣ ਦੇ ਬਾਵਜੂਦ ਵੀ ਸਾਨੂੰ ਰੱਜ ਨਹੀਂ ਆਇਆ ਨਾ, ਤਾਂ ਜਿੰਨੇ ਮਰਜ਼ੀ ਕਬਜ਼ੇ ਕਰ ਲਈਏ, ਜਿੰਨਾ ਮਰਜ਼ੀ ਅਸੀਂ ਨਜਾਇਜ਼ ਕਰ ਲਈਏ, ਕਰਨਾ ਅਸੀਂ ਮਰੂ ਹੀ ਆ ਜੀ। ਸਾਨੂੰ ਰੱਜ ਖੁਸ਼ੀ ਦਾ ਖੇੜਾ ਕਦੇ ਆਉਣਾ ਨਹੀਂਗਾ, ਕਦੇ ਨਹੀਂ ਆਉਣਾ। ਮੈਂ ਨਹੀਂ ਕਦੇ ਵੇਖਿਆ ਵੀ ਇੱਧਰ ਵੀ ਕਬਜ਼ਾ ਕਰ ਲਓ। ਜਿਹੜੇ ਵੱਟਾਂ ਘੜ ਕੇ ਨਾ, ਕਈ ਲੋਕਾਂ ਦੀ ਆਦਤ ਹੁੰਦੀ ਆ ਵੀ ਮੰਨ ਲਓ ਤੁਹਾਡੀ ਵੱਟ ਤੇ ਸਾਡੀ ਵੱਟ ਸਾਂਝੀ ਆ, ਉਹ ਛਿੱਲੀ ਜਾਣਗੇ ਵੱਟ ਨੂੰ। ਵੱਟ ਘੜ ਕੇ ਵੀ ਭਾਵੇਂ ਨਾ 1 ਇੰਚ ਜ਼ਮੀਨ ਆਪਦੇ ਵਾਲੇ ਪਾਸੇ ਵੱਧਦੀ ਹੋਵੇ, ਐ ਕਰਦੇ ਜਹਾਨੋਂ ਕੂਚ ਕਰਕੇ ਕਿਹੜੇ ਮਰਬਿਆਂ ਦੇ ਮਾਲਕ ਬਣ ਗਏ, ਪਤਾ ਨਹੀਂ ਕਿਹੜੀ ਤੂਤੀ ਬੋਲਦੀ ਆ। ਇਹ ਅਸਲ 'ਚ ਨਾ ਤੁਹਾਡੇ ਅੰਦਰ ਇੱਕ ਧਾਰਨਾ ਹੋਣੀ ਚਾਹੀਦੀ, ਭਾਵਨਾ ਹੋਣੀ ਚਾਹੀਦੀ ਹੈ ਟਾਣਾ ਸਾਹਿਬ ਤੁਹਾਡੇ ਅੰਦਰ, ਕਿ ਬੰਦੇ ਨੂੰ ਇਹ ਚਾਹੀਦਾ ਵੀ ਮੇਰੇ ਕੋਲ ਸਬਰ ਹੋਵੇ, ਸੰਤੋਖ ਹੋਵੇ ਕਿ ਜੋ ਕੁਝ ਹੈਗਾ ਬਹੁਤ ਹੈ, ਬਹੁਤਿਆਂ ਕੋਲ ਉਹ ਵੀ ਹੈ ਨਹੀਂਗਾ ਜੋ ਤੁਹਾਡੇ ਕੋਲ ਹੈ। ਜੇ ਇਹ ਸੋਚ ਕੇ ਬੰਦਾ ਜ਼ਿੰਦਗੀ ਕੱਢੇ ਤਾਂ ਮੈਨੂੰ ਲੱਗਦਾ ਕਿ ਉਹ ਖੁਸ਼ਹਾਲ ਹੋ ਸਕਦਾ ਹੈ। ਜੇ ਸਾਨੂੰ ਇਹ ਲੱਗਦਾ ਕਿ ਇੰਚ ਦੱਬ ਕੇ, ਇਦਾਂ ਕਿਸੇ ਦਾ ਹੱਕ ਮਾਰ ਕੇ, ਇਦਾਂ ਨਜਾਇਜ਼ ਅਸੀਂ ਕਬਜ਼ੇ ਕਰਕੇ ਤੇ ਫਿਰ ਰਾਜੇ ਬਣ ਜਾਵਾਂਗੇ, ਤਾਂ ਸੰਤੁਸ਼ਟੀ ਕਦੇ ਨਹੀਂ ਆਉਂਦੀ ਹੁੰਦੀ। ਬਿਲਕੁਲ ਸਹੀ। ਜੱਜ ਦਾ ਵਿਚਾਰ। ਲਓ ਜੀ, ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਮੈਂ ਹਾਂ ਸਵਰਨ ਸਿੰਘ ਤੇ ਨਾਲ ਨੇ ਹਰਮਨ ਜੀ, ਤੇ ਗੱਲਾਂ ਬਾਤਾਂ ਆਪਾਂ ਕੁਝ ਹੋਰ ਕਰਾਂਗੇ ਜੀ। ਇਹ ਦੱਸੋ ਵੀ ਅੱਜ ਪ੍ਰਸ਼ਾਦੇ 'ਚ ਕੀ ਲੈ ਕੇ ਆਏ ਹੋ? ਅੱਜ ਮੈਂ ਲੈ ਕੇ ਆਈ ਹਾਂ ਸ਼ਿਮਲਾ ਮਿਰਚ ਆਲੂ ਪਨੀਰ। ਅੱਛਾ, ਤੂੰ ਤਾਂ ਥੱਕ ਗਏ ਹੋਵੋਗੇ ਸ਼ਿਮਲੇ ਤੋਂ ਲਿਆਉਣ ਲੱਗੇ। ਹਾਂ, ਬੜਾ ਔਖਾ ਸੀ। ਪਹਿਲਾਂ ਗਈ, ਤੋੜੀ, ਫਿਰ ਵਾਪਸ ਆਈ, ਫਿਰ ਪ੍ਰੋਗਰਾਮ ਵੀ ਕਰਨਾ ਸੀ, ਬਹੁਤ ਸਮਾਂ ਲੱਗ ਗਿਆ ਟਾਣਾ ਸਾਹਿਬ। ਵਾਹ, ਬੀਜਣ ਤੋਂ ਸ਼ੁਰੂਆਤ ਕਰੋ ਨਾ, ਕਿਵੇਂ ਲਾਈ ਸੀ ਉੱਥੇ ਪਨੀਰੀ? ਨਹੀਂ, ਫਿਰ ਪ੍ਰੋਗਰਾਮ ਛੋਟਾ ਪੈ ਜਾਣਾ ਜੇ ਮੈਂ ਉਧਰਲੇ ਵਾਲੇ ਪਾਸੇ ਨੂੰ ਹੋ ਗਈ। ਪਹਿਲਾਂ ਸ਼ਿਮਲੇ ਗਈ, ਪਨੀਰੀ ਲਾਈ, ਇਹ ਕੀਤਾ ਉਹ ਕੀਤਾ, ਉਹ ਬਹੁਤ ਲੰਬੀ ਗੱਲਬਾਤ ਹੋ ਜਾਣੀ ਹੈ, ਤੇ ਇਸ ਲਈ ਮੈਂ ਛੋਟੀ ਕਰਕੇ ਦੱਸ ਦਿੱਤੀ ਤੁਹਾਨੂੰ। ਬਿਲਕੁਲ, ਚਲੋ ਬਹੁਤ ਵਧੀਆ ਗੱਲ ਆ। ਇਹਨਾਂ ਨੇ ਵਾਅਦਾ ਕੀਤਾ ਅੱਜ, ਕਹਿੰਦੇ ਵੀ ਕੱਲ ਨੂੰ ਲੱਸੀ ਦਾ ਡੋਲੂ ਭਰ ਕੇ ਲਿਆਉਣਾ ਸੀ। ਕਹਿੰਦੇ ਵੀ ਉਹ ਫਿੱਕੀ ਲੱਸੀ ਲੈ ਕੇ ਆਵਾਂਗੇ, ਤੁਸੀਂ ਵਿੱਚ ਉਹਦੇ ਲੂਣ ਪਾਉਣਾ ਜਾਂ ਮਿੱਠਾ ਪਾ ਕੇ ਜਾਂ ਸ਼ੱਕਰ ਪਾ ਕੇ ਤੁਸੀਂ ਪੀਣੀ ਹੈ ਲੱਸੀ। ਇਹ ਕਹਿੰਦੇ ਵੀ ਤੁਹਾਡੀ ਆਪਣੀ ਨਿੱਜੀ ਮਰਜ਼ੀ ਹੋਊਗੀ, ਬੋਲਿਓ ਨਾ। ਬਹੁਤ ਵਧੀਆ, ਕਹਿੰਦੇ ਵੀ ਡੋਲੂ ਹੋਊਗਾ ਠੰਡਾ ਲੱਸੀ ਵਾਲਾ, ਬਸ ਕਮਾਲ ਹੋਈ ਪਈ ਹੋਊਗੀ, ਲੱਸੀ ਮਿਲ ਜੂਗੀ। ਹਾਂਜੀ, ਪਰ ਸੱਚ ਦੱਸਿਓ, ਮੈਂ ਇਹ ਸੌਂ ਕਦੋਂ ਖਾਧੀ? ਤੁਸੀਂ ਸੌਂ ਨਹੀਂ ਖਾਧੀ, ਵਾਅਦਾ ਕੀਤਾ। ਵਾਅਦਾ ਕਦੋਂ ਕੀਤਾ? ਸਾਰਿਆਂ ਦੇ ਸਾਹਮਣੇ ਕੀਤਾ। ਧੱਕੇ ਨਾਲ ਹੀ। ਕਿਉਂ? ਜੋ ਮੈਨੂੰ ਸਾਗ ਮਿਲਦਾ ਰਿਹਾ, ਹਾਂਜੀ, ਜੋ ਮੱਕੀ ਦੀ ਰੋਟੀ, ਇੰਨਾ ਸਾਗ ਲੈ ਕੇ ਆਉਂਦੇ 9 ਜਾਣੇ ਖਾਂਦੇ। ਉਹ ਕਿੰਨੇ ਝੂਠੇ ਆ ਤੁਸੀਂ, ਬਾਈ ਗੋਡ। ਇੰਨਾ ਕੁ ਤਾਂ ਨਾ, ਇੰਨਾ 3 ਵਾਰੀ ਤਾਂ ਅਸੀਂ ਲੂਣ ਚੈੱਕ ਕਰਨ ਵੇਲੇ ਖਾ ਜੰਨੇ ਆ। ਟਾਣਾ ਸਾਹਿਬ, ਇੰਨਾ ਵੀ ਕੁਫਰ ਨਹੀਂ ਤੋਲਣਾ ਚਾਹੀਦਾ। ਅਗਲੀ ਵਾਰ ਲੈ ਲਿਓ ਫਿਰ ਸਾਗ। ਅੱਛਾ, ਹਾਂ, ਖਵਾਵਾਂਗੇ ਤੁਹਾਨੂੰ, ਕੋਈ ਨਹੀਂ। ਅੱਗੇ ਆਓ, ਖਬਰ ਤੇ ਆਓ। ਗੱਲ ਯੂਪੀ ਦੀ ਕਰਨੀ ਹੈ ਮੈਂ। ਯੂਪੀ ਦੇ ਵਿੱਚ ਇੱਕ ਬਹੁਤ ਸੋਹਣੀ ਪਹਿਲ ਹੋਣ ਜਾ ਰਹੀ ਹੈ, ਮੈਨੂੰ ਤਾਂ ਚੰਗੀ ਲੱਗੀ, ਔਰ ਮੈਨੂੰ ਲੱਗਦਾ ਹੈ ਕਿ ਪੂਰੇ ਭਾਰਤ ਦੇ ਵਿੱਚ ਇਹ ਪਹਿਲ ਜ਼ਰੂਰ ਹੋਣੀ ਚਾਹੀਦੀ ਹੈ। ਹੁਣ ਕਹਿੰਦੇ ਯੂਪੀ ਦੇ ਵਿੱਚ ਜਿਹੜਾ ਗੋਹਾ ਹੈ ਉਹ ਵੀ ਵਿਕਿਆ ਕਰੂਗਾ। ਤੁਹਾਨੂੰ ਬੋਲੀ ਨਹੀਂ ਚੇਤੇ ਆਈ? ਕਿਹੜਾ? ਜੇ ਮੁੰਡਿਆਂ ਵੇ ਸਾਡੀ ਤੋਰ ਤੂੰ ਵੇਖਣੀ, ਗੜਵਾਲੇ ਦੇ ਚਾਂਦੀ ਦਾ। ਗੱਲ ਪੂਰੀ ਸੁਣਿਆ ਕਰੋ। ਅੱਛਾ ਜੀ। ਜੇ ਮੁੰਡਿਆਂ ਵੇ ਸਾਡੀ ਤੋਰ ਤੂੰ ਦੇਖਣੀ, ਮੈਨੂੰ ਬੱਠਲ ਲੈ ਦੇ ਲੋਹੇ ਦਾ, ਫਿਰ ਮੈਨੂੰ ਭਰ ਕੇ ਚਕਾ ਦੇ ਗੋਹੇ ਦਾ। ਇਹ ਕਦੋਂ ਬੋਲੀ ਬਣੀ? ਬੋਲੀ ਇਹ ਬਹੁਤ ਪੁਰਾਣੀ ਬੋਲੀ ਆ। ਪਰ ਇੰਨੀ ਪੁਰਾਣੀ ਵੀ ਨਹੀਂ ਹੈਗੀ। ਕਦੋਂ ਦੀ, ਜਦੋਂ ਕਾਂ ਚਿੱਟੇ ਹੁੰਦੇ ਸੀ। ਨਹੀਂ, ਗੱਲ ਨੂੰ ਸਮਝਿਆ ਕਰੋ। ਸੱਚ, ਆਸਟ੍ਰੇਲੀਆ 'ਚ ਮੈਂ ਚਿੱਟੇ ਕਾਂ ਦੇਖੇ। ਤੇ ਆਸਟ੍ਰੇਲੀਆ ਚਿੱਟੇ ਕਾਂ ਹੀ ਹੁੰਦੇ ਆ। ਕੀ ਗੱਲ ਬਣ ਗਈ? ਪਤਾ ਨਹੀਂ, ਉਧਰਲੇ ਗੋਰੇ ਚਿੱਟੇ ਨੇ। ਹਾਂ, ਆਪਾਂ ਆਸਟ੍ਰੇਲੀਆ ਦੀ ਗੱਲ ਬਾਅਦ ਚ ਕਰਦੇ ਆ, ਫਿਲਹਾਲ ਜਿਹੜੀ ਮੈਂ ਗੱਲ ਕਰ ਰਹੀ ਉਹ ਜ਼ਰੂਰੀ ਹੈ। ਟਾਣਾ ਸਾਹਿਬ, CNG ਬਣਾਉਣੀ ਅਗਲਿਆਂ ਨੇ। ਇਹ ਨਾ ਉੱਥੋਂ ਦੇ ਅਸਲ ਦੇ ਵਿੱਚ ਪਸ਼ੂ ਪਾਲਣ ਮੰਤਰੀ ਨੇ ਧਰਮਪਾਲ ਸਿੰਘ, ਉਹਨਾਂ ਨੇ ਇਹ ਗੱਲ ਕਹੀ ਹੈ। ਉਹ ਕਹਿੰਦੇ ਕਿ ਜਿਹੜਾ ਗੋਹਾ ਹੈ, ਅਸੀਂ ਇਹਦੇ ਤੋਂ CNG ਬਣਾਵਾਂਗੇ। ਇਸੇ 1.5 ਰੁਪਏ ਕਿਲੋ ਗੋਹਾ ਖਰੀਦੂਗੀ ਸਰਕਾਰ। ਦੇਖੋ ਜੀ, ਗੱਲ ਇਹ ਆ ਵੀ ਉਪਰਾਲਾ ਵਧੀਆ, ਤੇ ਇਹ ਸਾਰੀ ਥਾਂ ਦੇ ਉੱਤੇ ਲਾਗੂ ਹੋਣੀ ਚਾਹੀਦੀ ਹੈ। ਇੱਥੇ ਪੰਜਾਬ ਦੇ ਵਿੱਚ ਵੀ ਗੋਹਾ ਖਰੀਦਿਆ ਜਾਵੇ, ਇੱਥੇ 5 ਰੁਪਏ ਕਿਲੋ ਖਰੀਦੋ ਜੀ। ਦੇਖੋ, ਪੰਜਾਬ ਦੇ ਵਿੱਚ ਵੀ ਸਾਰਾ ਕੁਝ ਹੋਣਾ ਚਾਹੀਦਾ, ਕਿਉਂਕਿ ਇਸ ਵਕਤ ਲੋਕਾਂ ਦੀ ਆਮਦਨ ਵਧਾਉਣ ਦੇ ਬਾਰੇ ਸੋਚਣਾ ਚਾਹੀਦਾ। ਲੋਕ ਆ ਜਿਹੜੇ, ਉਹ ਜੇਕਰ ਰੂੜੀ ਲਾਉਣ ਦੀ ਥਾਂ ਦੇ ਉੱਤੇ ਗੋਹਾ ਜਾਂ ਤਾਂ ਖੇਤਾਂ ਦੇ ਵਿੱਚ ਕੰਮ ਆਉਂਦਾ, ਤੇ ਜੇਕਰ ਉਹਦੀ ਸਿੱਧੇ ਤੌਰ ਦੇ ਉੱਤੇ ਖਰੀਦ ਹੋਵੇ ਤਾਂ ਉਹਦੇ ਵਰਗੀ ਰੀਸ ਕੋਈ ਨਹੀਂ। ਬਿਲਕੁਲ। ਨਾਲੇ ਤੁਸੀਂ ਵੇਖੋ ਨਾ, ਜਿਵੇਂ ਤੇਲ ਦੀਆਂ ਕੀਮਤਾਂ ਵੱਧ ਰਹੀਆਂ ਨੇ, ਡੀਜ਼ਲ ਦੀਆਂ ਕੀਮਤਾਂ ਵੱਧ ਰਹੀਆਂ ਨੇ, ਪੈਟਰੋਲ ਡੀਜ਼ਲ ਇੰਨਾ ਮਹਿੰਗਾ ਹੋ ਗਿਆ, ਉਹਦੇ ਵਿੱਚ CNG ਇੱਕ ਬਦਲ ਆ, ਹਨਾ। ਤੇ ਜੇ CNG ਵੱਧ ਤੋਂ ਵੱਧ ਬਣਾਈ ਜਾਊਗੀ ਤੇ ਉਨੀ ਸਸਤੀ ਹੋਊਗੀ, ਲੋਕਾਂ ਦੀ ਜੇਬ ਦੇ ਵਿੱਚ ਹੋਊਗੀ, ਲੋਕ CNG ਗੱਡੀਆਂ ਖਰੀਦਣਗੇ, ਫਿਰ ਜਿਹੜਾ ਪ੍ਰਦੂਸ਼ਣ ਆ ਉਹ ਵੀ ਘਟੂਗਾ। ਸੋ ਬਹੁਤ ਸਾਰੀਆਂ ਚੀਜ਼ਾਂ ਆਪਸ ਦੇ ਵਿੱਚ ਜੁੜੀਆਂ ਹੋਈਆਂ ਨੇ। ਇੱਕ ਦਿਨ ਨਾ ਮੈਂ ਜਿਹੜੀਆਂ ਐਪਾਂ ਉਪਾਂ ਜੀਆਂ ਨਹੀਂ, ਜਿਨ੍ਹਾਂ ਦੇ ਉੱਤੇ ਸਮਾਨ ਦੀ ਖਰੀਦੋ ਫਰੋਖਤ ਹੁੰਦੀ ਆ, 2 ਪਾਥੀਆਂ ਦਾ ਭਾਅ ਦੇਖਿਆ। ਕਿੰਨਾ ਸੀ? 2 ਪਾਥੀਆਂ ਮੇਰੇ ਖਿਆਲ $17 ਕਿ $18 ਦੀਆਂ। ਹੈ? ਹਾਂਜੀ, ਬਹੁਤ ਔਖਾ। ਉਹ ਕਹਿੰਦੇ ਵੀ ਆਰਡਰ ਦਿਓ, ਕੈਸ਼ ਡਿਲੀਵਰੀ, ਜਦੋਂ ਤੁਹਾਨੂੰ ਦੇਵਾਂਗੇ ਪਾਥੀ ਤੇ ਉਦੋਂ ਤੁਸੀਂ ਪੈਸੇ ਦੇ ਦਿਓ, ਕੈਸ਼ ਔਨ ਡਿਲੀਵਰੀ। ਹਾਂ, ਆਹਾ, ਉਹ ਕਹਿੰਦੇ ਵੀ ਪਾਥੀ ਤੁਹਾਡੀ ਤੇ ਪੈਸੇ ਸਾਡੇ। ਤੇ ਇਹ ਗੱਲਾਂ ਬਹੁਤ ਪੁਰਾਣੀਆਂ ਹੋ ਗਈਆਂ। $17-18 ਦੀਆਂ 2 ਪਾਥੀਆਂ। ਜਿਹੜੀਆਂ ਚੀਜ਼ਾਂ ਆਮ ਘਰਾਂ 'ਚ ਹੁੰਦੀਆਂ ਸੀ, ਆਵਾਣ ਵਾਲਾ ਮੰਜਾ, ਉਹ ਵੀ ਅੱਜ ਕੱਲ ਆਨਲਾਈਨ ਵਿਕ। ਮੈਂ ਕੱਢ ਲਿਆ ਕੈਲਕੂਲੇਟਰ, ਕਿਉਂਕਿ ਆਪਾਂ ਪੰਜਾਬੀ ਆਪਾਂ ਤਾਂ ਗੁਣਾ ਘਟਾਓ ਕਰਨੀ ਹਰ ਗੱਲ ਤੇ। ਲੋ, ਮੈਂ ਦੇਖਿਆ, ਮੈਂ ਕਿਹਾ ਜੀ ਤਾਂ 500-600 ਤੋਂ ਮਹਿੰਗੀ ਪੈ ਗਈ ਇੱਕ ਪਾਥੀ। ਓਏ ਹੋਏ ਹੋਏ ਹੋਏ।
ਤੇ ਸਾਡਾ ਪੂਰਾ ਘੀਰਾ ਨਹੀਂ ਹੁੰਦਾ ਵਿਕਦਾ। ਬਿਲਕੁਲ ਸਹੀ ਹੈ। ਸੋ ਇਸ ਲਈ ਇਹ ਉਪਰਾਲੇ ਹੋਣੇ ਚਾਹੀਦੇ ਨੇ, ਇਹ ਸਾਡੇ ਵਾਤਾਵਰਣ ਦੇ ਲਈ ਵੀ ਜ਼ਰੂਰੀ ਹੈ, ਇਹਦੇ ਨਾਲ ਕਿਸਾਨਾਂ ਨੂੰ ਵੀ ਫਾਇਦਾ ਹੋਊਗਾ ਤੇ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਵੀ ਰੂੜੀਆਂ ਲਾ ਲਾ ਕੇ ਤੇ ਸੜਕਾਂ ਘੇਰੀਆਂ ਹੋਈਆਂ ਨੇ, ਉਹ ਸਮੱਸਿਆਵਾਂ ਦਾ ਵੀ ਹੱਲ ਹੋਊਗਾ। ਬਿਲਕੁਲ ਸਹੀ ਗੱਲ ਹੈ। ਜੱਜ ਦਾ ਵਿਚਾਰ। ਹਰਮਨ ਜੀ, ਮੱਧ ਪ੍ਰਦੇਸ਼ ਤੋਂ ਖਬਰ ਆਈ ਆ, ਹਾਂਜੀ, ਹੱਸਿਓ ਨਾ, ਅਲੀ ਰਾਜਪੁਰਾ ਜ਼ਿਲ੍ਹਾ, ਇੱਥੇ ਇੱਕ ਬੰਦੇ ਨੇ 15 ਸਾਲ ਤੋਂ 3 ਬੀਬੀਆਂ ਨਾਲ ਰਹਿ ਰਿਹਾ ਸੀ, ਉਹਨਾਂ ਤਿੰਨਾਂ ਦੇ ਨਾਲ ਵਿਆਹ ਕਰਵਾਇਆ। ਕਿੱਦਾਂ, ਦੁਬਾਰਾ ਦੱਸਿਓ। ਇੱਕ ਬੰਦਾ 3 ਔਰਤਾਂ ਨਾਲ ਇਕੱਠੇ ਰਹਿ ਰਿਹਾ ਸੀ, 15 ਸਾਲ ਤੋਂ ਰਹਿ ਰਿਹਾ ਸੀ, ਹੁਣ ਉਹਨੇ ਇਹਨਾਂ ਤਿੰਨਾਂ ਨਾਲ ਵਿਆਹ ਕਰਵਾਇਆ ਤੇ ਤਿੰਨਾਂ ਬੀਬੀਆਂ ਨੂੰ ਇੱਕ ਦੂਜੀ ਦੇ ਉੱਤੇ ਕੋਈ ਇਤਰਾਜ਼ ਨਹੀਂ, ਉਹ ਕਹਿੰਦੀਆਂ ਸੀ ਭੈਣਾਂ ਬਣ ਕੇ ਰਹਿਣੀਆਂ। ਟਾਣਾ ਸਾਹਿਬ, ਇਹ ਹੱਸਣ ਵਾਲੀ ਨਹੀਂ, ਹੈਰਾਨ ਹੋਣ ਵਾਲੀ ਗੱਲ ਸੀ। ਤੁਹਾਡਾ ਕੀ ਪਤਾ ਕਿੱਥੇ ਹੱਸ ਪੋ, ਆ ਹੁਣ ਹੱਸ ਹੀ ਆ। ਮੈਂ ਤਾਂ ਤੁਹਾਡੀ ਗੱਲ ਤੇ ਹੱਸੀ ਆ। ਐ ਥੋੜੀ ਹੁੰਦਾ, ਹੱਦ ਹੋ ਗਈ, 15 ਸਾਲਾਂ ਬਾਅਦ ਹੁਣ ਚਿੱਤੇ ਆ ਵੀ ਵਿਆਹ ਵੀ ਕਰਾਉਣਾ। ਇਹ ਹੁੰਦੀ ਮਨ ਦੀ ਮੌਜ। ਅੱਛਾ, ਉਹਨਾਂ ਬੀਬੀਆਂ ਨੂੰ ਕੋਈ ਇਤਰਾਜ਼ ਨਹੀਂ, ਹਾਂਜੀ, ਬੰਦੇ ਨੂੰ ਕੋਈ ਇਤਰਾਜ਼ ਨਹੀਂ, ਤੇ ਆਪਾਂ ਨੂੰ ਕੀ? ਨਹੀਂ, ਪਰ ਇਹ ਬੀਬੀਆਂ ਕਾਦੀਆਂ ਬਣੀਆਂ ਨੇ ਜਿਨ੍ਹਾਂ ਨੂੰ ਤਿੰਨਾਂ ਨੂੰ ਕੋਈ ਇਤਰਾਜ਼ ਹੀ ਨਹੀਂ ਹੈਗਾ? ਤੇ ਮਨ ਦੀ ਮੌਜ ਆ। ਉਹ ਕਹਿੰਦਾ ਮੈਂ ਤਿੰਨਾਂ ਨੂੰ ਮੁਹੱਬਤ ਕਰਦਾ। ਅੱਛਾ, ਇਹ ਤਿੰਨੇ ਕਹਿੰਦੀਆਂ ਸੀ ਇੱਕੋ ਨੂੰ ਕਰਦੀਆਂ। ਤੇ ਤਿੰਨਾਂ ਦੇ 7 ਨਿਆਣੇ ਵੀ ਨੇ। ਹਾਂ, ਤਿੰਨੇ ਦੇ 7 ਨਿਆਣੇ ਆ। ਤੇ ਹੁਣ ਉਹ ਕਹਿੰਦੇ ਕਿ ਨਿਆਣਿਆਂ ਨੂੰ ਮਿਹਣੇ ਨਾ ਵੱਜਣ, ਇਸ ਲਈ ਵਿਆਹ ਕਰਾਇਆ ਉਹਨਾਂ ਨੇ। ਨਿਆਣਿਆਂ ਨੂੰ ਮਿਹਣੇ ਨਾ ਵੱਜਣ ਤੇ ਨਿਆਣੇ ਸਾਨੂੰ ਮਿਹਣੇ ਨਾ ਦੇਣ, ਹਾਂ, ਦੋਨਾਂ ਗੱਲਾਂ ਨੂੰ ਮੁੱਖ ਰੱਖ ਕੇ ਵਿਆਹ ਕਰਵਾਇਆ, ਪੂਰੇ ਰੀਤੀ ਰਿਵਾਜਾਂ ਨਾਲ। ਹਾਂ, ਪੂਰੀ ਪੰਚਾਇਤ, ਪੂਰਾ ਪਿੰਡ ਉੱਥੇ, ਤੇ ਕਹਿੰਦੇ ਵੀ ਪੂਰੇ ਢੋਲ ਵਾਜੇ ਵੱਜੇ। ਅੱਛਾ, ਹਾਂਜੀ, ਵੱਖਰਾ ਹੀ ਵਿਆਹ ਹੋਇਆ ਇਹ ਤਾਂ। ਹਾਂ, ਪਰ ਲੋਕੀ ਇੱਕ ਵਿਆਹ ਕਰਾਉਣ ਤੋਂ ਡਰਦੇ ਨੇ ਟਾਣਾ ਸਾਹਿਬ ਅੱਜ ਦੇ ਸਮੇਂ 'ਚ। ਮਨ ਦੀ ਮੌਜ ਆ। ਫਿਰ ਉੱਥੇ ਗੱਲ ਆ ਗਈ, ਜਿਵੇਂ ਜਿਹਨੂੰ ਠੀਕ ਲੱਗਦਾ ਉਹਨੂੰ ਉਵੇਂ ਕਰਨ ਦਾ ਅਧਿਕਾਰ। ਇਹ ਮਨ ਦੀ ਮੌਜ ਥੋੜੀ ਦੇਰੀ ਨਾਲ ਨਹੀਂ ਆਈ। ਤੁਸੀਂ ਕੌਣ, ਮੈਂ ਕੌਣ? ਲੋਕਾਂ ਨੂੰ ਤਾਂ ਆਦਤ ਆ ਕੁਛ ਨਾ ਕੁਛ ਕਹਿਣ ਦੀ। ਇਹ ਤਾਂ ਗੱਲ ਸਹੀ ਹੈ, ਵੈਸੇ ਕਰਨ ਦਿਓ ਅਗਲੇ ਨੂੰ। ਹਾਂ, ਕਿਸੇ ਦੀ ਵੀ ਨਿੱਜੀ ਜ਼ਿੰਦਗੀ ਆ, ਉਹ ਕੁਝ ਵੀ ਕਰ ਸਕਦਾ। ਹਰੇਕ ਨੂੰ ਆਪਣੀ ਜ਼ਿੰਦਗੀ ਦੇ ਹਿਸਾਬ ਦੇ ਨਾਲ ਫੈਸਲੇ ਲੈਣ ਦਾ ਪੂਰਾ ਹੱਕ ਹੈ। 2 ਕਰਵਾਵੇ, ਉਹ 5 ਕਰਵਾਵੇ, ਉਹ 1 ਵੀ ਨਾ ਕਰਵਾਵੇ। ਹਾਂ, ਆਪਾਂ ਕੌਣ? ਗੱਲ ਤਾਂ ਸਹੀ ਹੈ ਵੈਸੇ। ਸਾਡੇ ਨਾ ਇੱਕ ਆਦਤ ਆ, ਖਾਸ ਕਰਕੇ ਸਾਡੇ ਵਾਲੇ ਸਮਾਜ 'ਚ, ਵੀ ਇਹ ਕਰਕੇ ਦੂਜੇ ਨੂੰ ਕਈ ਜੜਨ ਲੈ, ਤੇਰਾ ਪੁੱਤ ਵਿਆਹਣ ਵਾਲਾ ਹੋ ਗਿਆ, ਤੇਰੀ ਧੀ ਜਵਾਨ ਹੋ ਗਈ, ਭੈਣੇ ਵਿਆਹ ਦੇ। ਹਾਏ, ਘਰਦਿਆਂ ਨੂੰ ਕੋਈ ਚਿੰਤਾ ਹੋਵੇ ਜਾਂ ਨਾ ਹੋਵੇ, ਉਹ ਵਿਚਾਰੇ ਚੰਗੇ ਭੱਲੇ ਸੁਖੀ ਵਸਦੇ ਹੋਣ ਸਾਰੇ, ਤਾਂ ਵੀ ਤੀਜੇ ਨੇ ਆ ਕੇ ਵਿੱਚ ਡੰਗ ਡਾਉਣੀ ਹੁੰਦੀ, ਵਿਆਹਣਾ ਨਹੀਂ, ਉਮਰ ਕਿੰਨੀ ਹੋ ਗਈ, ਇੰਨੀ ਉਮਰ ਦੀ ਕਰਕੇ ਵਿਆਹਣੀ ਹੈ, ਗਾਂ ਫਿਰ ਮੁੜ ਕੇ ਸਮੱਸਿਆ ਆਊਗੀ, ਤੁਸੀਂ ਵਿਆਹ ਨਹੀਂ ਕਰਦੇ, ਮੁੰਡਾ ਨਹੀਂ ਲੱਭਣਾ, ਐ ਨਹੀਂ ਹੋਣਾ, ਚੰਗਾ ਘਰ-ਬਾਰ ਨਹੀਂ ਲੱਭਣਾ, ਮੁੜ ਕੇ ਕੋਈ ਨਸ਼ੇੜੀ ਟੱਕਰ ਜਾਊਗਾ, ਮੁੜ ਕੇ ਐ ਹੋ ਜਾਊਗਾ। ਮਤਲਬ ਅੱਗੇ ਦਾ ਡਰ ਪਿਆ ਹੀ ਇੰਨਾ ਮਨ 'ਚ ਪਾ ਦੇਣਾ ਵੀ ਬੰਦੇ ਨੂੰ ਇਹ ਲੱਗਦਾ ਵੀ ਨਹੀਂ, ਬਾਕੀ ਕੰਮ ਬਾਅਦ 'ਚ, ਪਹਿਲਾਂ ਵਿਆਹ ਹੀ ਜ਼ਰੂਰੀ। ਜਿਨ੍ਹਾਂ ਨੇ ਜੰਮੇ ਆ ਨਾ, ਉਹਨਾਂ ਨੂੰ ਚੇਤਾ ਹੁੰਦਾ ਵੀ ਸਾਡੇ ਵੀ ਬੱਚੇ ਹਨ। ਜੀ ਬਿਲਕੁਲ, ਤੇ ਨਾਲੇ ਹਰੇਕ ਨੂੰ ਇਹ ਹੱਕ ਹੈ ਉਹ ਆਪਣੀ ਜ਼ਿੰਦਗੀ ਦਾ ਫੈਸਲਾ ਆਪ ਲੈ ਸਕੇ। ਹਰੇਕ ਨੂੰ ਇਹ ਹੱਕ ਹੈ ਕਿ ਉਹ ਜਦੋਂ ਮਰਜ਼ੀ ਵਿਆਹ ਕਰਾ ਸਕਦਾ, ਵਿਆਹ ਦੀ ਕੋਈ ਉਮਰ ਨਹੀਂ ਹੁੰਦੀ। ਜਦੋਂ ਤੁਹਾਨੂੰ ਇਹ ਲੱਗੇ ਕਿ ਤੁਸੀਂ ਤਿਆਰ ਹੋ ਦਿਮਾਗੀ ਤੌਰ ਦੇ ਉੱਪਰ ਕਿ ਹਾਂ ਬਈ ਹੁਣ ਮੈਨੂੰ ਵਿਆਹ ਕਰਾ ਲੈਣਾ ਚਾਹੀਦਾ, ਤੂੰ ਤਾਂ ਵਿਆਹ ਕਰਾ ਲਓ। ਬਿਲਕੁਲ ਸਹੀ ਗੱਲ ਹੈ। ਐਵੇਂ ਕਿਸੇ ਨੂੰ ਧੱਕੇ ਨਾਲ ਵਿਆਹ ਕੇ ਪਤਾ ਨਹੀਂ ਲੋਕਾਂ ਨੂੰ, ਮਤਲਬ ਆਪਣੇ 5-10 ਮਿੰਟਾਂ ਦੇ ਭੰਗੜੇ ਪਿੱਛੇ ਕਿਸੇ ਦੀ ਜ਼ਿੰਦਗੀ ਦਾ ਭੰਗੜਾ ਪਵਾ ਜਾਂਦੇ। ਕਿਤੇ ਹੋਰ ਭੰਗੜਾ ਪਾ ਲਓ, ਭੰਗੜਾ ਹੀ ਪਾਉਣਾ। ਵੈਸੇ ਅਗਲੇ ਨੂੰ ਕਹਿੰਦੇ ਵੀ ਡੀਜ਼ਲ ਲਵਾ ਦੋ, ਸਾਡਾ ਨੱਚਣ ਨੂੰ ਜੀ ਕਰਦਾ। ਹਾਂ, ਕਈ ਕਰਕੇ ਲੱਡੂ ਹੀ ਖਵਾ ਦੇ, ਉਹਨਾਂ ਨੂੰ ਵੈਸੇ ਕਿਲੋ ਲਿਆ ਕੇ ਦੇ ਦੇਵੇ, ਤੂੰ ਲੱਡੂ ਖਾ ਲਾ ਜੀ, 200 ਰੁਪਏ ਦਾ ਖਰਚ ਕਰਵਾ ਦੇ। ਬਿਲਕੁਲ ਸਹੀ ਹੈ। ਮੁੜ ਕੇ ਵਿਚਾਰੇ ਜਿਹੜੇ ਘਰ ਵਾਲਾ ਘਰ ਵਾਲੀ ਉਹ ਵੇਖਦੇ ਰਹਿੰਦੇ ਆ ਵੀ ਅਸੀਂ ਆਪਣੀ ਜ਼ਿੰਦਗੀ ਗਾਂ ਕਿਵੇਂ ਤੋਰਨੀ ਹੈ, ਪੈਸਾ ਕਿਵੇਂ ਕਮਾਉਣਾ ਹੈ, ਅਸੀਂ ਗਾਂ ਆਪਣਾ ਫਿਊਚਰ ਕਿਵੇਂ ਸੈੱਟ ਕਰਨਾ ਹੈ। ਇਹ ਭੰਗੜਾ ਪਾ ਕੇ ਪਾਸੇ ਹੋ ਜਾਂਦੇ ਆ, ਬਾਅਦ ਵਿੱਚ ਆਉਂਦੇ ਨਹੀਂਗੇ ਨਾ, ਕਦੇ ਵੀ ਨਹੀਂ। ਲੋੜ ਪਈ ਤੇ ਵੈਸੇ ਨਹੀਂ ਫੋਨ ਚੱਕਦੇ। ਸਾਡੇ ਤਾਂ ਜੀ ਆਹ ਸਮੱਸਿਆ ਆ ਗਈ। ਹਾਂ, ਮੈਂ ਤਾਂ ਅੱਜ ਬਿਜ਼ੀ ਹਾਂ। ਸਾਡਾ ਵੱਛੇ ਦਮਲਾ ਪੈ ਗਏ, ਠੀਕ ਆ, ਸਾਡਾ ਕੱਟਾ ਸੰਗਲ ਤੜਾ ਗਿਆ, ਕੱਲ ਮੱਝ ਚੁੰਗ ਗਿਆ, ਇਦਾਂ ਹੀ ਅਸੀਂ ਸੁੱਤੇ ਪਏ ਸੀਗੇ, ਠੀਕ ਆ, ਬੜੇ ਤੰਗ ਆ, ਦੁੱਧ ਪੱਖੋਂ ਤੰਗ ਹੋ ਗਏ ਆ। ਇਹਨੇ ਬਹਾਨੇ ਨਵੇਂ ਨਿਆਰੇ ਹੁੰਦੇ ਆ, ਮੁੜ ਕੇ ਬੰਦੇ ਨੂੰ ਸਮਝ ਨਹੀਂ ਆਉਂਦੀ, ਉਦੋਂ ਤਾਂ ਭੰਗੜਾ ਮੋਰੇ ਹੋ ਪਾਉਂਦਾ ਸੀ। ਮੇਰੇ ਮਲਾ ਪਏ ਪਏ, ਮੈਂ ਕਰਾਂ ਕੀ? ਜੱਜ ਦਾ ਵਿਚਾਰ। ਹਰਮਨ ਜੀ, ਇੱਕ ਨਾ ਬੋਲੀ ਆ ਜੀ, ਖੈਰ ਬੋਲਣ ਵਾਲਾ ਮਹਿਕਮਾ ਤੁਹਾਡਾ, ਤੁਸੀਂ ਸੁਣਾਓ। ਕਿਹੜੀ ਹੈ? ਮੈਨੂੰ ਕੀ ਕੋਈ ਵੀ ਬੋਲੀਆਂ ਕਈ ਨੇ ਡਾਣਾ। ਮੈਂ ਕਿਹਾ ਹਰ ਗੱਲ ਦੇ ਵਿੱਚ ਮੈਂ ਹੀ ਮੂਹਰੇ ਲੱਗਾ, ਚੰਗਾ ਨਹੀਂ ਲੱਗਦਾ। ਤੁਸੀਂ ਸਵਾਲ ਗਲਤ ਕਰ ਰਹੇ ਹੋ, ਤੁਸੀਂ ਫਰਮਾਇਸ਼ ਕਰੋ ਕਿ ਹਰਮਨ ਜੀ ਇਸ ਵਿਸ਼ੇ ਤੇ ਕੋਈ ਬੋਲੀ ਦੱਸੋ। ਹੈਗੀ ਇਸ ਵਿਸ਼ੇ ਤੇ ਕੋਈ ਬੋਲੀ ਦੱਸੋ। ਕਿਹੜੇ ਵਿਸ਼ੇ ਤੇ? ਅੱਛਾ ਦੇਖੋ, ਤੇਰੇ ਜਿਹੇ ਨੂੰ ਮੈਂ ਟਿੱਚ ਨਾ ਜਾਣਦੀ। ਹਾਂ, ਤੇਰਾ ਮੇਰਾ ਬਣਦਾ ਨਾ ਵੇਚ ਮੁੰਡਿਆ, ਤੈਨੂੰ ਮੋਗੇ ਦੀ ਮੰਡੀ 'ਚ ਆਵਾ ਵੇਚ ਮੁੰਡਿਆ। ਇਹਦਾ ਮਤਲਬ ਕੀ ਨਿਕਲਿਆ? ਕੀ ਮਤਲਬ ਆ ਬਈ? ਬਹੁਤ ਲੰਮੇ ਸਮੇਂ ਤੋਂ ਮੁੰਡੇ ਮੋਗੇ ਦੀ ਮੰਡੀ 'ਚ ਵੇਚੇ ਜਾ ਰਹੇ ਆ। ਉਹ ਨਹੀਂ ਨਹੀਂ ਟਹਿਣਾ ਸਾਹਿਬ, ਇਸ ਮਾਮਲੇ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਨਹੀਂ ਨਹੀਂ, ਤੁਸੀਂ ਗਲਤ ਲੈ ਗਏ, ਇਹਦਾ ਮਤਲਬ ਇਹ ਨਹੀਂ ਆ, ਇਹਦਾ ਮਤਲਬ ਕੁਝ ਹੋਰ ਆ ਟਹਿਣਾ ਸਾਹਿਬ। ਹਰੇ ਹਰੇ ਘਾਹ ਉੱਤੇ ਸੱਪ ਫੂਕਾ ਮਾਰਦਾ, ਭੱਜੋ ਵੀਰੋ ਵੇ ਬਾਪੂ ਕੱਲਾ ਬੱਜਾ ਝਾੜਦਾ। ਇਹਦਾ ਮਤਲਬ ਇਹ ਆ ਵੀ ਕਦੇ ਵੀ ਪੁੱਤਾਂ ਨੇ ਆਪਦੇ ਬਾਪ ਦਾ ਖਿਆਲ ਨਹੀਂ ਕੀਤਾ। ਉਹ ਨਹੀਂ ਨਹੀਂ ਟਹਿਣਾ ਸਾਹਿਬ, ਇਹਦਾ ਮਤਲਬ
ਕੀ ਹੋ ਗਿਆ? ਮੈਨੂੰ ਲੱਗਦਾ ਤੁਹਾਡੇ ਚ ਕਿਸੇ ਦੀ ਰੂਹ ਆ ਗਈ ਹੈ। ਆਖੇ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲੈ ਬਾਜ਼ਾਰ ਵਿੱਚੋਂ ਛੈਣਾ, ਸਾਰਾ ਮੇਲਾ ਤੂੰ ਲੁੱਟਿਆ, ਤੈਨੂੰ ਕਿਸੇ ਗੱਭਰੂ ਨੇ ਲੁੱਟ ਲੈਣਾ। ਇਹਦਾ ਮਤਲਬ ਇਹ ਵੀ ਸ਼ੁਰੂ ਤੋਂ ਹੀ ਇਹ ਗਲਤ ਕੰਮ ਚੱਲਦੇ ਆ ਰਹੇ। ਨਹੀਂ ਕੀ ਮਤਲਬ ਆ ਟੈਣਾ ਸਾਹਿਬ ਤੁਹਾਡਾ? ਇਹ ਸਾਡੀਆਂ ਬੋਲੀਆਂ ਨੇ, ਸਾਡੇ ਇਹ ਕਈ ਚੀਜ਼ਾਂ ਸ਼ੁਰੂ ਤੋਂ ਚੱਲਦੀਆਂ ਆ ਰਹੀਆਂ ਨੇ, ਸਾਡੇ ਵਿਰਸੇ ਦਾ ਹਿੱਸਾ ਨੇ। ਤੁਸੀਂ ਕੀ ਕਹੀ ਜਾਂਦੇ ਹੋ? ਇਹ ਮੈਂ ਤਾਂ ਗੱਲ ਕਰਦਾ ਵੀ ਪਿਛਲੇ ਦਿਨੀ ਨਾ ਰੌਲਾ ਪਿਆ ਸੀ ਇੱਕ ਫਿਲਮ ਦਾ, ਨੀ ਮੈਂ ਸੱਸ ਕੁੱਟਣੀ ਦਾ। ਉਹਦੇ ਬਾਬਤ ਇਹ ਗੱਲ ਕਹੀ ਗਈ ਸੀ ਵੀ ਔਰਤਾਂ ਨੂੰ ਕੁੱਟਣ ਕਟਾਉਣ ਵਾਲੀਆਂ ਗੱਲਾਂ ਕੀਤੀਆਂ ਗਈਆਂ, ਇਹਦੇ ਵਿੱਚ ਔਰਤ ਦੇ ਸਨਮਾਨ ਦਾ ਘਟਾ ਕੀਤਾ ਗਿਆ। ਪਰ ਬਾਅਦ ਦੇ ਵਿੱਚ ਗੱਲ ਕਲੀਅਰ ਹੋ ਗਈ, ਸਪਸ਼ਟ ਹੋ ਗਈ ਵੀ ਨਹੀਂ, ਇਹ ਤਾਂ ਇੱਕ ਬੋਲੀ ਤੇ ਆਧਾਰਿਤ ਆ। ਸਿੱਠਣੀਆਂ, ਬੋਲੀਆਂ, ਇਹ ਸਾਰੀਆਂ ਚੀਜ਼ਾਂ ਤਾਂ ਕਦੋਂ ਤੋਂ ਸਾਡੇ ਸੱਭਿਆਚਾਰ ਦਾ, ਸਾਡੇ ਵਿਰਸੇ ਦਾ ਹਿੱਸਾ ਨੇ। ਤੇ ਨਹੀਂ ਮੈਂ ਸੱਸ ਕੁੱਟਣੀ, ਕੁੱਟਣੀ ਸੰਦੂਕਾਂ ਓਲੇ, ਆਮ ਹੀ ਬੋਲੀ ਪਾਈ ਜਾਂਦੀ ਹੈ। ਇਹਦਾ ਮਤਲਬ ਇਹ ਨਹੀਂ ਵੀ ਸੰਦੂਕਾਂ ਦੇ ਪਿੱਛੇ ਲਿਜਾ ਕੇ ਸੱਸ ਦੇ ਫੈਂਟਾ ਲੱਗਾ ਜਾਂ ਇਹ ਗਲਤ ਗੱਲ ਆ। ਸਤਿਕਾਰ ਹੋਣਾ ਚਾਹੀਦਾ। ਬਿਲਕੁਲ, ਸੱਸ ਦਾ ਵੀ ਕਰੋ, ਨੂੰਹ ਦਾ ਵੀ ਕਰੋ, ਆਪਸ ਦੇ ਵਿੱਚ ਮਾਵਾਂ ਧੀਆਂ ਬਣ ਕੇ ਰਹਿਣ। ਇਹ ਸਮੇਂ ਦੀ ਲੋੜ ਆ। ਪਰ ਫਿਲਮ ਹੈ ਬਹੁਤ ਸੋਹਣੀ। ਮੈਂ ਫਿਲਮ ਵੇਖ ਕੇ ਆਇਆ। ਮੈਂ ਵੀ ਵੇਖੀ। ਤੁਸੀਂ ਦੇਖ ਲਈ? ਹਾਂਜੀ। ਕਿੰਨੇ ਦੀ ਟਿਕਟ ਸੀ? 350 ਰੁਪਏ ਦੀ ਇੱਕ। ਹਾਂਜੀ। ਉਹ ਤੁਸੀਂ ਦੇਖ ਦੂਜੀ ਦੇਖੀ ਹੋਣੀ ਨਾ ਵੀ ਜਿਹੜੀ ਸੀਟ ਲੰਮੀ ਹੋ ਜਾਂਦੀ ਆ। ਸਾਡੇ ਵਾਲੀ ਤਾਂ ਐਂ ਬਹਿ ਕੇ ਵੇਖੀ ਆ। ਫਿਲਮ ਬਹੁਤ ਸੋਹਣੀ ਸੀ। ਹਾਂ, ਸਾਡੇ ਵਾਲੀ ਸੀਗੀ 240 ਦੀ। ਅੱਛਾ, ਫੁੱਲੇ ਵੀ ਖਾਦੇ ਹੋਣੇ ਫਿਰ? ਫੁੱਲੇ ਬਹੁਤ ਮਹਿੰਗੇ ਪੈਂਦੇ, ਬਾਲੇ ਮਹਿੰਗੇ ਟੈਣਾ ਸਾਹਿਬ, ਪੁੱਛੋ ਹੀ ਕੁਛ ਨਾ। ਹਾਂ, ਪਰ ਆਪਾਂ ਇੱਥੇ ਨਹੀਂ ਮੈਂ ਸੱਸ ਕੁੱਟਣੀ ਦੀ ਗੱਲ ਕਰ ਰਹੀ। ਉਹ ਮੇਰੀ ਆਰਥਿਕਤਾ ਬਾਹਰ ਆ ਜਾਂਦੀ ਹੈ ਨਾ। ਚਲੋ ਕੋਈ ਗੱਲ ਨਹੀਂ ਵੀ ਇਹ ਫਿਲਮ ਬੜੀ ਸੋਹਣੀ ਆ ਜੀ। ਇਹ ਫਿਲਮ ਦੇ ਵਿੱਚ ਕਮਾਲ ਦੀਆਂ ਗੱਲਾਂ। ਇਹ ਫਿਲਮ ਆ ਜਿਹੜੀ ਉਹ ਪੂਰੇ ਟੱਬਰ ਦੇ ਸਮੇਤ, ਬੱਚਿਆਂ ਦੇ ਸਮੇਤ, ਆਪਣੀ ਬੇਬੇ ਦੇ ਸਮੇਤ, ਸਾਰੇ ਜੀਆਂ ਸਮੇਤ ਵੇਖਣ ਵਾਲੀ ਆ ਵੀ ਘਰ ਘਰ ਦੇ ਵਿੱਚ ਕਿਹੋ ਜੀ ਗੱਲ ਚੱਲਦੀ ਆ। ਔਰ ਜਿਹੜੀ ਫਿਲਮ ਇਹ ਦੇਖ ਕੇ ਮੈਨੂੰ ਚੰਗੀ ਗੱਲ ਲੱਗੀ ਸਭ ਤੋਂ ਜ਼ਿਆਦਾ ਉਹ ਇਹ ਸੀ ਟੈਣਾ ਸਾਹਿਬ ਕਿ ਬਹੁਤ ਸਾਰੇ ਬਜ਼ੁਰਗ, ਮਾਵਾਂ, ਬਜ਼ੁਰਗ ਹਨਾ, ਮੈਂ ਵੇਖੇ ਕਿ ਪਰਿਵਾਰਕ ਜੀ ਉਹਨਾਂ ਦਾ ਹੱਥ ਫੜ ਕੇ ਉਹਨਾਂ ਨੂੰ ਲੈ ਕੇ ਆਏ ਸੀ ਫਿਲਮ ਦਿਖਾਉਣ ਦੇ ਲਈ। ਪੂਰੀ ਤਰ੍ਹਾਂ ਨਾਲ ਪਰਿਵਾਰਕ ਫਿਲਮ ਹੈ ਔਰ ਸਾਰਿਆਂ ਨੇ ਬਹੁਤ ਜ਼ਿਆਦਾ, ਮਤਲਬ ਪੂਰਾ ਹਾਲ ਜਦੋਂ ਭਰਿਆ ਹੋਇਆ ਮੈਂ ਵੇਖਿਆ ਤੇ ਮੈਨੂੰ ਸੰਤੁਸ਼ਟੀ ਹੋਈ ਵੀ ਸਾਡੀਆਂ ਫਿਲਮਾਂ ਦੇ ਲਈ ਦੁਬਾਰਾ ਤੋਂ ਲੋਕ ਹੁਣ ਸਮਾਂ ਕੱਢਣ ਲੱਗ ਗਏ ਨੇ, ਦੁਬਾਰਾ ਤੋਂ ਹੁਣ ਸਿਨੇਮਾ ਘਰਾਂ ਵੱਲ ਨੂੰ ਜਾਣ ਲੱਗ ਗਏ ਨੇ। ਲੋਕ ਮਨੋਰੰਜਨ ਚਾਹੁੰਦੇ ਆ ਜੀ। ਲੋਕ ਇਹ ਚਾਹੁੰਦੇ ਆ ਵੀ ਭਾਈ ਜੇਕਰ ਅਸੀਂ 200, 250, 300 ਰੁਪਈਆ ਲਾਇਆ ਟਿਕਟ ਤੇ, ਉਹਦੇ ਵਿੱਚ ਸਾਨੂੰ ਮਿਲਦਾ ਕੀ ਆ? ਹਾਸਾ ਠੱਠਾ, ਮਾੜਾ ਮੋਟਾ ਖੁਸ਼ੀ ਦਾ ਖੇੜਾ। ਨਹੀਂ ਤਾਂ ਲੋਕ ਨਹੀਂ ਫਿਲਮ ਵੇਖਦੇ ਜੀ। ਮੈਂ ਤੁਹਾਨੂੰ ਹੋਰ ਦੱਸਦਾ, ਮੈਂ ਭੁਲੇਖੇ ਨਾਲ ਹੋਰ ਪਾਸੇ ਵੜ ਗਿਆ। ਸੱਚੀ ਕਹਿਣਾ। ਕਿਵੇਂ? ਉਹ ਜਦੋਂ ਹੁਣ ਆਪਾਂ ਸਿਨੇਮੇ 'ਚ ਜਾਂਦੇ ਆ, ਉਹ 3-4 ਸਕਰੀਨਾਂ ਹੁੰਦੀਆਂ, ਆਡੀ 1, ਆਡੀ 2, ਕੁਛ ਐ ਜਿਹਾ ਹੁੰਦਾ। ਉਹ ਸੀਗੀ ਸਾਡੇ ਵਾਲੀ ਆਡੀ 4 ਤੇ ਮੈਂ ਵੜ ਗਿਆ 2 ਵਾਲੇ ਪਾਸੇ ਭੁਲੇਖੇ ਨਾਲ। ਉੱਥੇ ਟਾਈਗਰ ਸ਼ਰਾਫ ਦੀ ਫਿਲਮ ਚੱਲੀ ਜਾਵੇ, ਉਹ ਕਿਸੇ ਦੇ ਗੋਲੀ ਮਾਰੇ, ਕਿਸੇ ਦੇ ਐਂ 'ਚ ਲੱਤ ਮਾਰੇ, ਕਿਸੇ ਦੇ ਐਂ। ਮੈਂ ਕਿਹਾ ਵੀ ਸੱਸ ਕੁੱਟਣ ਵਾਲੀ ਤਾਂ ਗੱਲ ਹੈ ਨਹੀਂ ਇਹਦੇ 'ਚ। ਇਹ ਤਾਂ ਟਾਈਗਰ ਸ਼ਰਾਫ ਕੁੱਟ ਰਿਹਾ। ਜਦੋਂ 3-4 ਮਿੰਟ ਹੋਏ, ਮੈਂ ਕਿਹਾ ਵੀ ਸ਼ਾਇਦ ਕਰਮਜੀਤ ਅਨਮੋਲ ਹੁਣ ਵੀ ਆਵੇ, ਸ਼ਾਇਦ ਅਨੀਤਾ ਦੇਵਗਨ ਹੁਣ ਵੀ ਆਈ, ਸ਼ਾਇਦ ਹੁਣੇ ਕੋਈ ਨਾ ਕੋਈ ਆਇਆ ਜਿਹੜਾ ਸਾਡੀ ਜਾਣ ਪਛਾਣ ਵਾਲਾ ਕਲਾਕਾਰ ਆ, ਆਇਆ ਹੀ ਨਾ, ਜਿਨ੍ਹਾਂ ਦੀ ਅਸੀਂ ਇੰਟਰਵਿਊ ਵੀ ਕੀਤੀ ਸੀ। ਹਾਂ, ਮੈਂ ਕਿਹਾ ਵੀ ਯਾਰ ਉਹਦੇ 'ਚ ਸਾਰੇ ਹੀ ਹੈ ਨਹੀਂ। ਫਿਰ ਮੈਂ ਕਿਹਾ ਕੀ ਪਤਾ ਅੱਧੇ ਭਾਗ ਤੋਂ ਬਾਅਦ ਆਉਣ। ਪਰ ਮੈਨੂੰ ਬਾਅਦ ਦੇ ਵਿੱਚ ਨਾਲ ਦੇ ਸਾਥੀ ਨੇ ਦੱਸਿਆ ਕਿ ਹੀਰੋਪੰਤੀ ਨੇ ਕਮਾਲ ਕਰਦੀ ਹੈ ਨਾ। ਮੈਂ ਕਿਹਾ ਹੀਰੋਪੰਤੀ ਇਹ? ਉਹ ਬਾਅਦ ਦੇ ਵਿੱਚ ਜਿਹੜਾ ਮੁੰਡਾ ਟਿਕਟਾਂ ਚੈੱਕ ਕਰਦਾ ਹੁੰਦਾ, ਉਹ ਮੈਨੂੰ ਕਹਿੰਦਾ ਤੁਸੀਂ ਸੱਸ ਕੁੱਟਣੀ ਵੇਖਣੀ ਆ? ਕਹਿੰਦੇ ਉਹ ਤਾਂ ਉਧਰਲੇ ਪਾਸੇ ਚੱਲਦੀ। ਮੈਂ ਕਿਹਾ ਹੁਣ ਤੱਕ ਤਾਂ ਅੱਧੀ ਕੁੱਟੀ ਗਈ ਹੋਣੀ ਆ। ਜੀ ਪਰ ਜੋ ਵੀ ਹੈ ਫਿਲਮ ਹੈ ਬਹੁਤ ਸੋਹਣੀ। ਫਿਲਮ ਬਹੁਤ ਸੋਹਣੀ ਹੈ, ਸਾਰੀ ਟੀਮ ਨੇ ਬਹੁਤ ਸੋਹਣਾ ਕੰਮ ਕੀਤਾ। 8-9 ਮਿੰਟ ਦਾ ਹਿੱਸਾ ਨਹੀਂ ਵੇਖ ਸਕਿਆ ਔਰ ਤੱਕ ਕਿਸੇ ਨੂੰ ਕੁੱਟ ਗਿਆ ਹੋਵੇ ਮੈਨੂੰ ਪਤਾ ਨਹੀਂਗਾ, ਪਰ ਜਿੰਨੀ ਕਿ ਮੈਂ ਦੇਖੀ ਬਹੁਤ ਵਧੀਆ ਸੀ। ਜੀ ਬਿਲਕੁਲ, ਸਾਰੀ ਟੀਮ ਨੇ ਬਹੁਤ ਸੋਹਣਾ ਕੰਮ ਕੀਤਾ ਹੈ ਤੇ ਇਹੋ ਜਿਹੀਆਂ ਫਿਲਮਾਂ ਆਉਂਦੀਆਂ ਰਹਿਣ, ਲੋਕਾਂ ਦਾ ਮਨੋਰੰਜਨ ਹੁੰਦਾ ਰਹੇ, ਸਾਫ਼ ਸੁਥਰੀਆਂ ਫਿਲਮਾਂ ਬਣਦੀਆਂ ਰਹਿਣ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਤੇ ਬਾਕੀ ਹੁਣ ਚਲੀਏ ਟੈਣਾ ਸਾਹਿਬ, ਜਾਣ ਦਾ ਵੇਲਾ ਹੋ ਗਿਆ ਜੀ ਤੇ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਇਓ। ਦੋਵਾਂ ਨੂੰ ਫਿਲਹਾਲ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।